हाँ जी बेटा जी, वाहिगुरु जी का खालसा वाहिगुरु जी की फतेह। ओके, मैं ਤੁਹਾਡੇ ਮਾਈਕ ਸਾਰਿਆਂ ਦੇ ਬੰਦ ਕਰ ਰਿਹਾ। ਪੰਜਾਬੀ ਸਿੱਖਣ ਵਾਲੇ ਸਾਰੇ ਆ ਚੁੱਕੇ ਨੇ ਤੇ ਜਦੋਂ ਮੈਂ ਮਾਈਕ ਔਨ ਕਰਾਂਗਾ, ਜਿਹਦੇ ਨਾਲ ਗੱਲ ਕਰਨੀ ਹੋਈ ਉਦੋਂ ਮਾਈਕ ਔਨ ਕਰਾਂਗਾ ਤੇ ਇੱਕ ਵਾਰੀ ਤੁਸੀਂ ਮੈਨੂੰ ਆਪਣਾ ਜਿਹੜਾ ਹੋਮਵਰਕ ਕੀਤਾ ਹੈ ਕੈਮਰੇ ਕੋਲੇ ਕਰਕੇ ਸਾਰੇ ਆਪਣਾ ਹੋਮਵਰਕ ਦਿਖਾ ਦਿਓ। वाह, अनमोल सिंह बहुत अच्छे बेटे, शाबाश। और रेशम नूर कमाल कर देती, कलरफुल होमवर्क, वाह बहुत अच्छे मेरा शेर। ओके, प्रभ नूर सुखमनी बहुत सोहना पुत्र है। ओके, हरशरण बहुत सोहना लिखता पुत्र। जयपनूर ने कमाल करती। ओके, वाह। आईपैड तो कौन है बेटे? ओके, बहुत सोहना पुत्र। ओके, अच्छा बिटिया रानी टम सिंह, ओके थैंक यू पुत्र, बहुत सोहना पुत्र। ਤੁਸੀਂ ਇਦਾਂ ਕਰਿਆ ਕਰੋ ਜਦੋਂ ਆਨਲਾਈਨ ਹੁੰਦੇ ਹੋ ਨਾ, ਜਦੋਂ ਆਈਡੀ ਪਾਉਨੇ ਹੋ ਉੱਥੇ ਆਪਣਾ ਨਾਮ ਪਾ ਦਿਆ ਕਰੋ, ਫਿਰ ਮੈਨੂੰ ਪਤਾ ਲੱਗ ਜਾਂਦਾ ਹੈ। ਓਕੇ, ਵਾਓ। ਇਧਰੋਂ ਰਿਦੇ ਸਿੰਘ ਬਹੁਤ ਸੋਹਣਾ ਲਿਖਿਆ ਵੀ। ਜੈਸਰੀਤ, ਕਰਮਵੀਰ, ਉਹਨਾਂ ਨੇ ਜੀਨੀਆਂ, ਸੈਮ ਪਿਛਲਾ ਹੋਮਵਰਕ ਹੋ ਗਿਆ ਪੁੱਤ। ओके, अमन, प्रभनूर, सुखमनी, दानवीर, हृदय कौर बहुत अच्छे पुत्र, बहुत सोहना। हृदय सिंह धारीवाल बहुत सोहना पुत्र। जैसनूर ने कमाल कर दी, शाबाश पुत्र। नवकरण बहुत सोहना लिखिया। इधरों अशलीन, तबलीन, वाह सारे ने बहुत सोहना लिखिया पुत्र। ओके, आप अज का लैसन करते हैं। अज आप जिन्ने भी लैटर्स ने सारे कंप्लीट हो जाएंगे। ਤੁਹਾਡੇ ਚੋਂ ਕੌਣ ਨੇ ਜਿਨ੍ਹਾਂ ਨੇ ਗੁਰੂ ਗਿਆਨ ਟੀਵੀ ਦੇ ਚੈਨਲ ਤੇ ਜਾ ਕੇ ਪਿਛਲੇ ਐਪੀਸੋਡ ਵੀਡੀਓ ਦੇਖੇ ਸਨ? ਹੱਥ ਖੜਾ ਕਰਕੇ ਦੱਸੋ। ਓ ਵਾਓ, ਬਹੁਤ ਅੱਛੇ। ਦਾਨਵੀਰ ਵੀ ਦੇਖਣ ਲੱਗ ਗਿਆ, ਸ਼ਾਬਾਸ਼। ਸੁਖਮਣੀ, ਸਾਰੇ ਬਹੁਤ ਅੱਛੇ। ਹਰਸ਼ਰਨ, ਤਬਲੀਨ, ਰਾਤ ਦੇਖਦਾ ਸੀਗਾ ਬਾਬਾ ਜੀ, ਇਹਨੇ ਦੇਖਿਆ ਰਾਤ। ਵਾਓ ਦਾਨਵੀਰ, ਬਹੁਤ ਅੱਛੇ ਪੁੱਤ, ਬਹੁਤ ਸਿਆਣੇ ਬੱਚੇ, ਸ਼ਾਬਾਸ਼। ओके, साढ़े को सस्काटून तो तरन साहिब, हरनूर वो भी आगे ने। ओके बेटा जी, कोशिश करनी, प्रैक्टिस करनी। गुरु ज्ञान टीवी दे चैनल ते जाके अपने मम्मी डैडी नू कह देना गुरु ज्ञान टीवी सारे ही सबसक्राइब कर लो, क्योंकि जो उन्होंने सबसक्राइब करोगे तो ਜਿਹੜੀਆਂ ਨਵੀਆਂ ਵੀਡੀਓਜ਼ ਹੋਣਗੀਆਂ ਉਹਦੀ ਇਨਫੋਰਮੇਸ਼ਨ ਆਪਣੇ ਆਪ ਪਹੁੰਚ ਜਾਇਆ ਕਰੇਗੀ ਤੁਹਾਨੂੰ। ਤੇ ਉਹਦੇ ਤੇ ਪਿਛਲੇ ਐਪੀਸੋਡ ਜਿਹੜੇ ਉਹ ਦੇਖਣੇ ਨੇ, ਨਾਲ ਪ੍ਰੈਕਟਿਸ ਕਰਨੀ ਹੈ। ਅੱਜ ਦੀ ਕਲਾਸ ਦੇ ਵਿੱਚ ਆਪਾਂ ਜਿੰਨੇ ਲੈਟਰਸ ਨੇ 41 ਤੱਕ ਪੂਰੇ ਕੰਪਲੀਟ ਕਰਾਂਗੇ। ਕੱਲ ਤੱਕ 20 ਲੈਟਰਸ ਜਿਹੜੇ ਸੀ ਉਹ ਆਪਾਂ ਕਵਰ ਅਪ ਕੀਤੇ ਨੇ। ਮੈਂ ਸਕਰੀਨ ਸ਼ੇਅਰ ਕਰਨ ਲੱਗਿਆ ਤੇ 1 ਮਿੰਟ ਬੇਟਾ ਜੀ। हाँ सच सुरेंद्र वो कर दी मन। ओके बेटा जी, मैंने एक बारी हाथ खड़ा करके दसो कि तुहानू स्क्रीन दिस रही है पुत? ओके, वेरी गुड, बहुत अच्छे, वेरी नाइस। ओके बेटा जी, आज अपनी क्लास जो शुरू हो रही है उसका ये 4th लैसन है। 4th लैसन दे विच आपां करांगे। कल असीं कीता सी मम्मे तक कीता सी ना? ओके, किन्ना ने मम्मे तक होमवर्क कंप्लीट कर लिया? एक बार हाथ खड़ा करियो। ओ वाह, बहुत अच्छे भी, बहुत सियाने बच्चे, शाबाश, वेरी नाइस। ओके, अज असीं करांगे लास्ट जेडे 11 लैटर्स ने, ऊपर 10 लिखिया गया, एक्चुअली 11 ने। मैं इत्थे कर ही देना बेटे जी, ये नहीं हो करना प्लीज। लास्ट 11 लेटर अखीरले 11 अखर। ओके जी, हाँ जी बेटा जी, दिस रही है स्क्रीन?
ਓਕੇ ਥੈਂਕ ਯੂ ਪੁੱਤ, ਥੈਂਕ ਯੂ ਮੇਰਾ ਸ਼ੇਰ। ਹਾਂਜੀ ਹੁਣ ਲਾਸਟ ਜਿਹੜੇ 11 ਲੈਟਰਸ ਰਹਿ ਗਏ ਨੇ ਉਹ ਅੱਜ ਆਪਾਂ ਸਿੱਖਣੇ ਨੇ। ਹਲੇ ਲਿਖਣਾ ਨਹੀਂ ਹੈ ਤੁਸੀਂ, ਹਲੇ ਨਹੀਂ ਲਿਖਣਾ, ਹਲੇ ਕਾਪੀ ਪੈਨ ਅੱਗੇ ਰੱਖ ਦਿਓ, ਠੀਕ ਹੈ। ਜੋ ਮੈਂ ਬੋਲਾਂਗਾ ਉਹਨੂੰ ਤੁਸੀਂ ਬੋਲਣਾ ਹੋਏਗਾ। ਮੈਂ ਸੌਰੀ ਮਾਈਕ ਇੱਕ ਵਾਰੀ ਮੈਂ ਸਾਰਿਆਂ ਦੇ ਮਿਊਟ ਕਰਨ ਲੱਗਿਆ ਤੇ ਕੋਈ ਮਾਈਕ ਆਨ ਨਾ ਕਰਿਓ, ਠੀਕ ਹੈ ਜੀ। ਮਾਈਕ ਸਭ ਦੇ ਮਿਊਟ ਨੇ, ਜਦੋਂ ਮੈਂ ਕਹਾਂਗਾ ਉਸ ਉਦੋਂ ਆਨ ਕਰਨੇ। 4th ਲੈਸਨ ਹੈ, ਮੈਂ ਬੋਲਾਂਗਾ ਤੁਸੀਂ ਸਾਰੇ ਨਾਲ ਬੋਲੋਗੇ। ਯਈਆ, ਵਾਓ। ਮੈਂ ਇਦਾਂ ਕਰਦਾ ਤੁਹਾਡਾ ਅਨਮਿਊਟ ਕਰ ਦੇਣਾ, ਠੀਕ ਹੈ, ਤਾਂ ਕਿ ਤੁਸੀਂ ਉੱਚੀ ਬੋਲੋ, ਤੁਹਾਡੀ ਆਵਾਜ਼ ਆਵੇ। ਸਾਰਿਆਂ ਦੇ ਮਾਈਕ ਮੈਂ ਅਨਮਿਊਟ ਕਰ ਦਿੱਤੇ ਨੇ, ਨਹੀਂ ਹੋਇਆ ਆਪਣੇ ਮਾਈਕ ਅਨਮਿਊਟ ਕਰ ਲਓ। ਓਕੇ ਥੈਂਕ ਯੂ ਜੀ। ਹਾਂਜੀ ਯਈਆ, ਰਾ ਰਾ, ਲੱਲਾ, ਲੱਲਾ, ਵਾ ਵਾ, ਅੜਾ ਅੜਾ। ਓਕੇ ਵਾਵਾ ਰਾੜਾ। ਜਿਹੜੇ ਇੱਥੋਂ ਦੇ ਬੋਰਨ ਨੇ ਉਹਨਾਂ ਨੂੰ ੜਾੜਾ ਬੋਲਣਾ ਥੋੜਾ ਜਿਹਾ ਔਖਾ ਲੱਗੇਗਾ। ਤੁਸੀਂ ਕੀ ਕਰਨਾ ਹੈ, ਏ ਤੇ ਡੀ ਇਕੱਠੇ ਬੋਲੇ, ਅੜਾੜਾ। ਹਾਂ ਤੁਸੀਂ ਡੀ ਦੀ ਆਵਾਜ਼, ਡ ਦੀ ਆਵਾਜ਼ ਦੇਣੀ ਹੈ, ਫਿਰ ਤੁਹਾਡੇ ਤੋਂ ਬੋਲਿਆ ਜਾਏਗਾ ਰਾੜਾ, ੜਾੜਾ। ਰਾੜਾ, ਇੱਕ ਵਾਰੀ ਫਿਰ ਅੱਖਰ ਯਈਆ, ਰਾ ਰਾ। ਵਾਓ ਜਸਨੂਰ ਸਿੰਘ, ਬਹੁਤ ਸੋਹਣੀ ਆਵਾਜ਼ ਪੁੱਤ, ਸ਼ਾਬਾਸ਼। ਲੱਲਾ, ੜਾੜਾ। ਬਹੁਤ ਸੋਹਣਾ ਹਰਿੰਦਰ ਸਿੰਘ, ਥੋੜਾ ਲਾਊਡਰ ਬੋਲਣਾ, ਸ਼ਾਬਾਸ਼, ਬਹੁਤ ਅੱਛੇ। ਓਕੇ ਹੁਣ ਸਾਰੇ ਬੋਲੋ, ਯਈਆ, ਰਾ ਰਾ, ਲੱਲਾ, ਵਾ ਵਾੜਾ। ਵਾਓ ਯਈਆ, ਰਾ ਰਾ, ਲੱਲਾ, ਵਾ ਵਾੜਾ। ਯਈਆ, ਰਾ ਰਾ, ਲੱਲਾ, ਵਾ ਵਾੜਾ। ਯਾ ਰਾ ਰਾ ਲੱਲਾ। ਲਾੜਾ, ਓਕੇ ਇੱਕ ਵਾਰੀ ਫਿਰ, ਯਈਆ, ਰਾ ਰਾ, ਰਾੜਾ, ਰਾਰਾ, ਲੱਲਾ, ਲਾ, ਵਾ ਵਾ, ਲਾੜਾ। ਰਾੜਾ। ਓਕੇ ਬੇਟਾ ਜੀ, ਇਸ ਤੋਂ ਬਾਅਦ 6 ਲੈਟਰਸ ਅਸੀਂ ਆਲਰੇਡੀ ਸਿੱਖੇ ਹੋਏ ਨੇ, ਠੀਕ ਹੈ। ਉਹਨਾਂ ਦੇ ਪੈਰ ਵਿੱਚ ਬਿੰਦੀ ਲੱਗ ਜਾਂਦੀ ਹੈ, ਉਹ 6 ਲੈਟਰਸ ਨੇ, 6 ਅੱਖਰ ਨੇ। ਉਹਨਾਂ ਚੋਂ ਪਹਿਲਾ ਹੈ, ਸਾਰੇ ਬੋਲੋ, ਸੱਸੇ ਪੈਰ ਬਿੰਦੀ। ਸੱਸੇ ਪੈਰ ਬਿੰਦੀ ਸ਼ਸ਼ਾ। ਹਾਂ ਸੱਸੇ ਪੈਰ ਬਿੰਦੀ ਸ਼ਸ਼ਾ। ਉਸ ਤੋਂ ਬਾਅਦ ਖੱਖੇ ਪੈਰ ਬਿੰਦੀ ਸ਼ਸ਼ਾ। ਕੋਈ ਨਹੀਂ, ਇੱਥੋਂ ਨਵਾਂ ਲਿਖੋ, ਖੱਖੇ ਉਹ ਪੈਰ ਤਾਂ ਡਨ ਹੋ ਗਿਆ, ਕੋਈ ਨਹੀਂ, ਆ ਲਿਖੋ। ਓਕੇ ਤੁਸੀਂ ਇਹਨੂੰ ਕਿਵੇਂ ਕਿੱਦਾਂ ਬੋਲਣਾ ਹੈ? ਸੱਸੇ ਪੈਰ ਬਿੰਦੀ ਸ਼, ਸ਼ਾ। ਬੋਲੋ ਸੱਸੇ ਪੈਰ ਬਿੰਦੀ ਸ਼। ਸੱਸੇ ਪੈਰ ਬਿੰਦੀ ਸ਼ਸ਼ਾ। ਖੱਖੇ ਪੈਰ ਬਿੰਦੀ ਖ। ਖੱਖੇ ਪੈਰ ਬਿੰਦੀ ਖਾ। ਗੱਗੇ ਪੈਰ ਬਿੰਦੀ ਗ। ਗੱਗੇ ਪੈਰ ਬਿੰਦੀ ਗਾ। ਗੱਜੇ ਕੋਈ ਪੈਰ ਨਹੀਂ, ਘਬਰਾਉਣਾ ਬਿੰਦੀ ਕਾਹਤੋਂ, ਲਿਖੋ ਗ। ਪੁੱਤ, ਬਹੁਤ ਸੋਹਣਾ ਲਿਖਿਆ ਜਾਣਾ, ਹੌਲੀ ਹੌਲੀ ਲਿਖੇ ਹੋਏ ਈਜ਼ੀ ਹੈ ਬਹੁਤ। ਹਾਂ ਆਪਾਂ ਸਿਖਾਵਾਂਗੇ। ਇਹਨੂੰ ਲੱਗ ਰਿਹਾ ਸੌਖਾ ਲੱਗ ਰਿਹਾ? ਚਲੋ ਜੀ ਜੱਗਾ। ਰਿੰਦਰ ਸਿੰਘ ਬਹੁਤ ਸੌਖਾ ਲੱਗੇਗਾ ਪੁੱਤ, ਮੈਂ ਕਰਾਵਾਂਗਾ ਤੁਹਾਨੂੰ, ਬੇਫਿਕਰ ਹੋ ਤੁਸੀਂ, ਠੀਕ ਹੈ। ਹਾਂਜੀ ਓਕੇ। ਕੋਈ ਅੱਜ ਪਹਿਲੇ ਦਿਨ ਤਾਂ ਨਹੀਂ ਆਇਆ? ਸਾਰਿਆਂ ਨੇ ਪਿੱਛੇ ਕਲਾਸਾਂ ਅਟੈਂਡ ਕੀਤੀਆਂ? ਓਕੇ ਵੈਰੀ ਗੁੱਡ। ਕੋਈ ਗੱਲ ਨਹੀਂ, ਤੁਸੀਂ ਭਾਵੇਂ ਸਲੋ ਲਿਖਣਾ ਹੈ, ਬਾਅਦ ਵਿੱਚ ਆਪਾਂ ਕੰਪਲੀਟ ਕਰ ਲੈਣਾ ਹੁੰਦਾ, ਠੀਕ ਹੈ ਨਾ, ਫਿਕਰ ਨਹੀਂ ਕਰਨਾ। ਓਕੇ ਪੁੱਤ। ਜੱਜੇ ਪੈਰ ਬਿੰਦੀ ਜ਼।
ਜਿਹਨੂੰ ਆਪਾਂ Z ਕਹਿੰਦੇ ਆ, ਬਿੰਦੀ, Z ਜਾ। ਕਹਿੰਦੇ ਆ, ਹਨਾ? जा ਹਾਂ, ਜ਼। ਫਫੇ ਪੈਰ ਬਿੰਦੀ ਫ। बिंदी फा ਲੱਲੇ ਪੈਰ ਬਿੰਦੀ ਲ। ਹਾਂ, ਇੱਕ ਵਾਰੀ ਫਿਰ ਬੋਲੋ ਬੇਟਾ ਜੀ ਸਾਰੇ। ਓਕੇ, ਇੱਕ ਵਾਰੀ ਫਿਰ ਬੋਲੋ। ਯਈਆ ਰਾ ਰਾ ਲੱਲਾ ਵਾ ਵਾ ੜਾ ਓਕੇ, ੜਾ। ਓਕੇ, ਸਾਰੇ ਮੇਰੇ ਨਾਲ ਬੋਲੋ। ਯਈਆ ਰਾ ਲੱਲਾ ਵਾ ਵਾ ੜਾ। ਯਈਆ रा रा लल्ला बाबा राड़ा ਯਈਆ ਰਾ ਲੱਲਾ ਵਾ राड़ा ਯਈਆ ओके, अगले 6 लेटर्स। से पैर बिंदी श। कसे पैरी बिंदी श पैर बिंदी ख। कसे पैरी बिंदी ख गगे पैर बिंदी ग। कसे पैरी बिंदी ग सज्जे पैर बिंदी ज। कसे पैरी बिंदी ज फफे पैर बिंदी फ। कसे पैरी बिंदी फ लले पैर बिंदी ला। ਸਾਰੇ ਬੱਚੇ ਧਿਆਨ ਦਿਓ, ਜਦੋਂ ਆਪਾਂ ਕਹਿੰਦੇ ਆ ਕਿ ਪੰਜਾਬੀ 35 ਅੱਖਰੀ ਹੈ ਤਾਂ ਉਹ 35 ਲੈਟਰਸ ਰਾੜੇ ਤੱਕ ਹੁੰਦੇ ਨੇ। ਰਾੜੇ ਤੱਕ 35 ਅੱਖਰ ਹੁੰਦੇ ਨੇ, ਠੀਕ ਹੈ? ਸੱਸੇ ਪੈਰ ਵਾਹਿਗੁਰੂ 35, ਕਿਉਂਕਿ 5 ਅੱਖਰ ਇੱਕ ਲਾਈਨ ਵਿੱਚ ਆਉਂਦੇ ਨੇ। ਊੜੇ ਵਾਲੀ ਪਹਿਲੀ ਲਾਈਨ ਹੈ, ਕੱਕੇ ਵਾਲੀ ਦੂਜੀ ਹੈ, ਕੱਕੇ ਵਾਲੀ ਤੀਜੀ ਹੈ, ਉਸ ਤੋਂ ਬਾਅਦ ਟੈਂਕੇ ਵਾਲੀ, ਫਿਰ ਤੱਤੇ ਵਾਲੀ, ਉਸ ਤੋਂ ਬਾਅਦ ਪੱਪੇ ਵਾਲੀ, ਤੇ ਫਿਰ ਲਾਸਟ ਹੈਗੀ ਯਈਏ ਵਾਲੀ। ਇਹ 7 ਲਾਈਨਸ ਨੇ ਜਿਹੜੀਆਂ ਇੱਕ ਲਾਈਨ ਦੇ ਵਿੱਚ 5 ਅੱਖਰ ਨੇ। ਅੜਾੜੇ ਤੱਕ 35 ਬਣਦੇ ਨੇ, ਇਸ ਕਰਕੇ ਇਹਨੂੰ 35 ਅੱਖਰੀ ਕਹਿੰਦੇ ਆ। ਬਾਅਦ ਦੇ ਵਿੱਚ ਜਦੋਂ ਵਿਦਵਾਨਾਂ ਨੇ ਰਿਸਰਚ ਕੀਤੀ ਕਿ ਇੱਕ ਅੱਖਰ ਦੀਆਂ 2 ਆਵਾਜ਼ਾਂ ਨੇ, ਜਿਵੇਂ ਸੱਸਾ ਐਸ ਦੀ ਆਵਾਜ਼ ਹੈ, ਸੱਸੇ ਪੈਰ ਬਿੰਦੀ ਐਸ ਐਚ ਦੀ ਆਵਾਜ਼ ਹੈ। ਇਸੇ ਤਰ੍ਹਾਂ ਖੱਖਾ ਤੇ ਖ ਤੇ ਖ, ਇਹ 2 ਵੱਖ-ਵੱਖ ਆਵਾਜ਼ਾਂ ਨੇ। ਇਹ ਪਹਿਲਾਂ 5 ਅੱਖਰ ਹੁੰਦੇ ਸੀਗੇ ਫੱਫੇ ਪੈਰ ਬਿੰਦੀ ਤੱਕ। ਫਿਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਇੱਕ ਨਵੀਂ ਰਿਸਰਚ ਲੋਕਾਂ ਸਾਹਮਣੇ ਰੱਖੀ ਕਿ ਲੱਲੇ ਨੂੰ ਵੀ 2 ਤਰ੍ਹਾਂ ਨਾਲ ਬੋਲਿਆ ਜਾਂਦਾ ਹੈ। ਇੱਕ ਬੋਲਿਆ ਜਾਂਦਾ ਗੋਲੀ ਟੇਬਲੇਟ, ਜਿਹੜੀ ਆਪਾਂ ਟੇਬਲੇਟ ਲੈਂਦੇ ਆ, ਮੈਡੀਸਨ ਲੈਂਦੇ ਆ, ਉਹਨੂੰ ਵੀ ਕਹਿੰਦੇ ਨੇ। ਤੇ ਗੋਲੀ ਜਿਹੜਾ ਰਾਈਫਲ ਦੇ ਵਿੱਚ ਉਹਦਾ ਰੌਂਦ ਪੈਂਦਾ, ਉਹਨੂੰ ਵੀ ਗੋਲੀ ਕਹਿ ਦਿੰਦੇ ਸੀ। ਤੇ ਇੱਕ ਸ਼ਬਦ ਹੁੰਦਾ ਹੈ ਗੋਲੀ ਲੀ ਲ ਤੇ ੜ, ਦੋਨਾਂ ਦਾ ਫਰਕ ਹੈ, ਠੀਕ ਹੈ? ਇਸ ਲਈ ਇਹ 41 ਨੇ। ਆਓ ਆਪਾਂ ਦੇਖੀਏ ਇਹ 11 ਅੱਖਰ ਕਿਵੇਂ ਲਿਖਣੇ ਨੇ। ਆਪਣਾ ਕਾਪੀ ਪੈਨ ਰੈਡੀ ਕਰ ਲਓ। ਓਕੇ, ਜਿਨ੍ਹਾਂ ਕੋਲੇ ਕਾਪੀ ਪੈਨ ਰੈਡੀ ਆ ਹੱਥ ਖੜਾ ਕਰੋ। ਵਾਓ, ਸ਼ਾਬਾਸ਼, ਬਹੁਤ ਅੱਛੇ ਵੀ, ਸ਼ਾਬਾਸ਼। ਓਕੇ, ਮੈਂ ਸਕਰੀਨ ਸ਼ੇਅਰ ਕਰ ਦਿੰਦਾ ਹੈ। ਓਕੇ, ਹੁਣ ਆਪਾਂ ਇਹ 11 ਦੇ 11 ਅੱਖਰ ਲਿਖਣੇ ਸਿੱਖਾਂਗੇ। ਇੱਕ ਵਾਰੀ ਹੱਥ ਖੜਾ ਕਰਕੇ ਦੱਸ ਦਿਓ, ਸਕਰੀਨ ਦਿਸ ਰਹੀ ਹੈ? ਵਾਓ, ਵੈਰੀ ਗੁੱਡ, ਬਹੁਤ ਅੱਛੇ ਬੇਟਾ ਜੀ। ਓਕੇ, ਹੁਣ ਆਪਾਂ ਸਭ ਤੋਂ ਪਹਿਲਾਂ ਲਿਖਾਂਗੇ ਯਈਆ। ਉੱਪਰ ਆਪ ਜੀ ਦੇਖ ਰਹੇ ਹੋ 2 ਲਾਈਨਾਂ ਵਾਲੀ ਕਾਪੀ ਹੈ ਤੁਹਾਡੇ ਕੋਲੇ, ਦੋਨਾਂ ਲਾਈਨਾਂ ਦੇ ਵਿਚਕਾਰ ਰਹੇਗਾ। ਇਹਨੂੰ ਥੋੜਾ ਜਿਹਾ ਧਿਆਨ ਨਾਲ ਲਿਖਿਓ। ਸਭ ਤੋਂ ਪਹਿਲਾਂ ਉੱਪਰਲੀ ਲਾਈਨ ਤੇ ਲੈਫਟ ਟੂ ਰਾਈਟ ਇੱਕ ਲਾਈਨ ਕੱਢਣੀ ਹੈ, ਲੈਫਟ ਟੂ ਰਾਈਟ। ਉਹ ਲਾਈਨ ਕੱਢਣ ਤੋਂ ਬਾਅਦ ਇੱਕ ਰਾਈਟ ਵਾਲੇ ਪਾਸੇ ਉੱਪਰੋਂ ਨੀਚੇ ਤੱਕ, ਉੱਪਰਲੀ ਲਾਈਨ ਤੋਂ ਨੀਚੇ ਵਾਲੀ ਲਾਈਨ ਤੱਕ ਇੱਕ ਲਾਈਨ ਕੱਢ ਦੇਣੀ ਰਾਈਟ ਵਾਲੇ ਪਾਸੇ। ਉਸ ਤੋਂ ਬਾਅਦ ਇਧਰਲੇ ਪਾਸੇ ਜਿਵੇਂ ਯੂ ਲਿਖੀਦਾ, ਯੂ ਵਾਂਗ ਲਿਖਣਾ ਹੈ, ਪਰ ਉਹਦੀ ਰਾਈਟ ਸਾਈਡ ਜਿਹੜੀ ਉੱਪਰ ਨਹੀਂ ਲਿਜਾਣੀ, ਰਾਈਟ ਸਾਈਡ ਹਾਫ ਤੱਕ ਲਿਜਾਣੀ ਹੈ। ਲੈਫਟ ਵਾਲੇ ਪਾਸੇ ਉੱਪਰਲੀ ਲਾਈਨ ਤੋਂ ਸ਼ੁਰੂ ਕਰਕੇ ਜਿਵੇਂ ਇੰਗਲਿਸ਼ ਦਾ ਯੂ ਲਿਖਦੇ ਹਾਂ, ਉਸੇ ਤਰ੍ਹਾਂ ਇਧਰੋਂ ਰਾਈਟ ਸਾਈਡ ਵਾਲਾ ਪਾਸਾ ਹਾਫ ਤੱਕ ਜਾਣਾ ਹੈ। ਹਾਫ ਤੋਂ ਇੱਕ ਲਾਈਨ ਜਿਹੜੀ ਹੈ
ਉਹ ਰਾਈਟ ਵਾਲੀ ਲਾਈਨ ਨੂੰ ਟੱਚ ਕਰ ਦੇਣੀ ਹੈ। ਇਸ ਤਰ੍ਹਾਂ ਇਹ ਯਈਆ ਲਿਖਣਾ। ਮੈਂ ਇੱਕ ਵਾਰੀ ਫਿਰ ਰਿਪੀਟ ਕਰ ਰਿਹਾ। ਸਭ ਤੋਂ ਪਹਿਲਾਂ ਉੱਪਰ ਲੈਫਟ ਟੂ ਰਾਈਟ ਇੱਕ ਲਾਈਨ ਕੱਢਣੀ ਹੈ। ਠੀਕ ਹੈ, ਰਾਈਟ ਵਾਲੇ ਪਾਸੇ ਉੱਪਰੋਂ ਨੀਚੇ ਤੱਕ ਇੱਕ ਲਾਈਨ ਕੱਢਣੀ ਹੈ। ਫਿਰ ਲੈਫਟ ਵਾਲੇ ਪਾਸੇ ਥੋੜੀ ਜੀ ਜਗ੍ਹਾ ਛੱਡ ਕੇ ਯੂ ਸ਼ੁਰੂ ਕਰਨਾ ਹੈ, ਔਰ ਯੂ ਜੋ ਹੈ ਉਹ ਰਾਈਟ ਵਾਲਾ ਪਾਸਾ ਉਹਦਾ ਹਾਫ ਤੱਕ ਪਹੁੰਚਣਾ ਚਾਹੀਦਾ ਹੈ। ਹਾਫ ਤੋਂ ਇੱਕ ਲਾਈਨ ਰਾਈਟ ਨੂੰ ਟੱਚ ਹੋ ਗਈ ਹੈ। ਇਹ ਬਣ ਗਿਆ ਯਈਆ। ਯਈਆ ਲਿਖ ਲਿਆ ਸਾਰਿਆਂ ਨੇ? ਜਿਨ੍ਹਾਂ ਜਿਨ੍ਹਾਂ ਲਿਖ ਲਿਆ ਹੱਥ ਖੜਾ ਕਰਿਓ। ਵਾਓ, ਓਕੇ। ਜਿਹੜੇ ਸਲੋ ਲਿਖਦੇ ਨੇ ਉਹ ਸੋਹਣਾ ਲਿਖਦੇ ਨੇ। ਵੈਰੀ ਗੁੱਡ। ਲਿਖ ਲਓ ਪੁੱਤ, ਜਸ ਨੂੰ ਲਿਖ ਲਓ, ਕੋਈ ਨਹੀਂ। ਰਿਦੇ ਸਿੰਘ ਲਿਖ ਲਓ। ਵਾਓ, ਜੇ ਸਲੋ ਵੀ ਲਿਖੋਗੇ ਕੋਈ ਗੱਲ ਨਹੀਂ, ਕਿਉਂਕਿ ਸਲੋ ਲਿਖਦੇ ਆ ਸਾਡੀ ਜਿਹੜੀ ਹੈ ਹੈਂਡਰਾਈਟਿੰਗ ਬੜੀ ਬਿਊਟੀਫੁਲ ਬਣ ਜਾਂਦੀ ਹੈ। ਜੇ ਆਪਾਂ ਫਾਸਟ ਲਿਖਦੇ ਆ ਤਾਂ ਸਾਡੀ ਜਿਹੜੀ ਹੈਂਡਰਾਈਟਿੰਗ ਹੈ ਉਹ ਸੋਹਣੀ ਨਹੀਂ ਹੁੰਦੀ। ਇਸ ਲਈ ਫਾਸਟ ਨਹੀਂ ਲਿਖਣਾ, ਸਲੋ ਲਿਖਣਾ ਹੈ। ਉਹਦੇ ਨਾਲ ਸਲੋ ਲਿਖਣ ਨਾਲ ਸਾਡੇ ਅੰਦਰ ਸਹਿਜ ਦਾ ਗੁਣ ਵੀ ਆਉਂਦਾ ਹੈ। ਸਲੋ ਲਿਖਣ ਨਾਲ ਸਾਡੇ ਅੰਦਰ ਸੁੰਦਰ ਲਿਖਣ ਦਾ ਗੁਣ ਆਉਂਦਾ ਹੈ। ਸਾਨੂੰ ਆਪਣਾ ਚਾਰ ਚਫੇਰਾ ਸੁੰਦਰ ਰੱਖਣਾ ਵੀ ਫਿਰ ਇੱਕ ਸਾਡੀ ਜਿਹੜੀ ਹੈ ਵਿਰਤੀ ਬਣ ਜਾਂਦੀ ਹੈ। ਇਸ ਤੋਂ ਬਾਅਦ ਅਗਲਾ ਲੈਟਰ ਲਿਖ ਲਿਆ ਪੁੱਤ? ਕਰਾਂ ਅਗਲਾ ਲੈਟਰ ਦਿਖਾਵਾਂ? ਕੰਪਲੀਟ ਹੋ ਗਿਆ ਸਾਰਿਆਂ ਦਾ? ਯਹੀ ਹੈ। ਵਾਹ, ਬਹੁਤ ਅੱਛੇ, ਸ਼ਾਬਾਸ਼। ਰਿਦੇ ਸਿੰਘ ਤੁਹਾਡਾ ਕੰਪਲੀਟ ਹੋ ਗਿਆ ਪੁੱਤ? ਹੱਥ ਖੜਾ ਕਰਕੇ ਦੱਸੋ। ਰਿਦੇ ਸਿੰਘ, ਓਕੇ। ਵਾਓ, ਰਿਦੇ ਸਿੰਘ ਬਹੁਤ ਸਿਆਣਾ ਬੱਚਾ ਹੈ, ਸ਼ਾਬਾਸ਼, ਵੈਰੀ ਗੁੱਡ। ਉਸ ਤੋਂ ਬਾਅਦ ਰਾਰਾ ਵੀ ਦੋਨਾਂ ਲਾਈਨਾਂ ਦੇ ਵਿਚਕਾਰ ਬਹੁਤ ਹੀ ਸੌਖਾ। ਤੁਸੀਂ ਉੱਪਰ ਹਾਹਾ ਲਿਖਿਆ ਸੀ, ਹਾਹਾ ਲਿਖਿਆ ਸੀ ਨਾ, ਹਾਹੇ ਵਾਂਗ ਹੀ ਰਾਰਾ ਹੈ, ਥੋੜਾ ਜਿਹਾ ਫਰਕ ਹੈ। ਸਭ ਤੋਂ ਪਹਿਲਾਂ ਉੱਪਰ ਲੈਫਟ ਟੂ ਰਾਈਟ ਇੱਕ ਲਾਈਨ ਕੱਢਣੀ ਹੈ, ਫਿਰ ਰਾਈਟ ਵਾਲੇ ਪਾਸੇ ਇੱਕ ਲਾਈਨ ਨੀਚੇ ਤੱਕ ਕੱਢਣੀ ਹੈ। ਜਿਵੇਂ 0 ਲਿਖਦੇ ਆ, ਇਧਰੋਂ ਲਿਜਾ ਕੇ ਉਹਨੂੰ ਵਾਪਸ ਟੱਚ ਕਰ ਦੇਣਾ ਹੈ, ਤਾਂ ਇਹ ਬਣ ਗਿਆ ਰਾਰਾ। ਹਾਹਾ ਇੱਥੋਂ ਟੱਚ ਨਹੀਂ ਹੁੰਦਾ, ਇੱਥੋਂ ਬਾਕੀ ਸਪੇਸ ਛੱਡੀ ਜਾਂਦੀ ਹੈ ਇਸ ਜਗ੍ਹਾ ਤੋਂ, ਤਾਂ ਉਹ ਹਾਹਾ ਹੁੰਦਾ ਹੈ। ਜਦੋਂ ਨਾਲ ਟੱਚ ਕਰਦੇ ਹੋ ਰਾਰਾ ਬਣ ਜਾਂਦਾ ਹੈ। ਨੈਕਸਟ ਵੀਕ ਜਿਹੜੀ ਨੈਕਸਟ ਕਲਾਸ ਹੋਏਗੀ ਉਹਦੇ 'ਚ ਤੁਹਾਨੂੰ ਮਿਕਸਡ ਲੈਟਰਸ ਸਿਖਾਵਾਂਗੇ। ਮਿਕਸਡ ਲੈਟਰਸ ਨੂੰ ਪੰਜਾਬੀ ਵਿੱਚ ਕਹਿੰਦੇ ਆ ਭੁਲਾਵੇਂ ਅੱਖਰ। ਮਿਕਸ ਕੀਤੇ ਹੁੰਦੇ ਨੇ, ਜਿਹੜੇ ਭੁਲੇਖਾ ਪਾਉਂਦੇ ਨੇ, ਉਹ ਭੁਲਾਵੇਂ ਅੱਖਰ ਅਸੀਂ ਕਿਵੇਂ ਬੁੱਝਣੇ ਨੇ, ਇੱਕ ਅੱਖਰ ਤੋਂ ਕਿਵੇਂ ਅੱਗੇ ਬਣਦੇ ਨੇ, ਊੜੇ ਤੋਂ ਕਿਹੜੇ ਅੱਖਰ ਬਣਦੇ ਨੇ, ਐੜੇ ਤੋਂ ਕਿਹੜੇ ਅੱਖਰ ਬਣਦੇ ਨੇ, ਈੜੀ ਤੋਂ ਕਿਹੜੇ ਅੱਖਰ ਬਣਦੇ ਨੇ। ਉਹ ਨੈਕਸਟ ਟੌਪਿਕ ਆਪਣਾ ਹੋਏਗਾ ਮਿਕਸਡ ਲੈਟਰਸ, ਭੁਲਾਵੇਂ ਅੱਖਰ। ਇਹ ਨੈਕਸਟ ਵੀਕ ਦੀਆਂ ਦੋਨਾਂ ਕਲਾਸਾਂ ਵਿੱਚ ਕਵਰ ਅਪ ਹੋ ਜਾਣਗੇ। ਉਸ ਤੋਂ ਬਾਅਦ ਫਿਰ ਮਾਤਰਾਵਾਂ ਸ਼ੁਰੂ ਹੋਣਗੀਆਂ। ਮੈਂ ਉਮੀਦ ਕਰਾਂ ਕਿ ਤੁਸੀਂ ਸਾਰਿਆਂ ਨੇ ਰਾਰਾ ਲਿਖ ਲਿਆ ਹੋਏਗਾ। ਰਾਰਾ ਲਿਖ ਲਿਆ? ਜਿਨ੍ਹਾਂ ਲਿਖ ਲਿਆ ਹੱਥ ਖੜਾ ਕਰਕੇ ਦੱਸ ਦਿਓ। ਜਿਹੜੇ ਕੰਪਲੀਟ ਕਰ ਰਹੇ ਨੇ ਕੋਈ ਗੱਲ ਨਹੀਂ, ਕੰਪਲੀਟ ਕਰ ਲਓ। ਰਾਰਾ ਬਹੁਤ ਸੌਖਾ। ਉੱਪਰ ਲੈਫਟ ਟੂ ਰਾਈਟ ਇੱਕ ਲਾਈਨ ਕੱਢਣੀ ਹੈ। ਜਿਨ੍ਹਾਂ ਨੇ ਲਿਖ ਲਿਆ ਉਹ ਅੱਗੇ 5 ਵਾਰੀ ਲਿਖਣਾ ਹੁੰਦਾ, ਉਹ ਲਿਖੀ ਜਾਇਆ ਕਰੋ। ਜਿਨ੍ਹਾਂ ਦਾ ਸਲੋ ਹੈ ਉਹ ਪਹਿਲਾਂ ਇੱਕ ਵਾਰੀ ਕੰਪਲੀਟ ਕਰ ਲਓ, ਬਾਅਦ ਦੇ ਵਿੱਚ ਉਹਨਾਂ ਨੇ ਹੋਮਵਰਕ ਕੰਪਲੀਟ ਕਰ ਲੈਣਾ 5 ਵਾਰੀ ਲਿਖ ਕੇ। ਓਕੇ, ਹਾਂਜੀ ਬੇਟਾ ਜੀ। ਨੈਕਸਟ ਲੈਟਰ ਕਰਾਵਾਂ? ਪਹਿਲਾ ਸੀ ਯਈਆ, ਦੂਸਰਾ ਸੀ ਰਾਰਾ, ਤੀਜਾ ਹੈ ਲੱਲਾ। ਲੱਲਾ ਦੋਨਾਂ ਲਾਈਨਾਂ ਦੇ ਵਿਚਕਾਰ ਰਹੇਗਾ। ਇਹ ਥੋੜਾ ਜਿਹਾ ਧਿਆਨ ਨਾਲ ਦੇਖਿਓ ਸਾਰੇ। ਹੈ ਸੌਖਾ ਪਰ ਦੇਖਣ ਨੂੰ ਥੋੜਾ ਜਿਹਾ ਹੋਰ ਤਰ੍ਹਾਂ ਲੱਗਦਾ ਹੈ, ਪਰ ਜਦੋਂ ਤੁਸੀਂ ਇਹਦੀ ਟੈਕਨੀਕ ਦੇਖੋਗੇ, ਸਭ ਤੋਂ ਪਹਿਲਾਂ ਉੱਪਰ ਇੱਕ ਲੈਫਟ ਟੂ ਰਾਈਟ ਲਾਈਨ ਕੱਢਣੀ ਹੈ। ਉਸ ਲਾਈਨ ਦੇ ਹੇਠਾਂ ਜਿਵੇਂ ਇੰਗਲਿਸ਼ ਦੀ ਵੀ ਹੁੰਦੀ ਹੈ, ਜਿਵੇਂ ਆਪਾਂ ਇਦਾਂ ਕਰਕੇ ਜੇਤੂ ਨਿਸ਼ਾਨ ਦਿੰਦੇ ਆ ਨਾ, ਵਿਕਟਰੀ ਦਾ ਨਿਸ਼ਾਨ, ਇਦਾਂ ਕਰਕੇ ਹੇਠਾਂ ਇੱਕ ਵੀ ਲਿਖ ਦੇਣੀ ਹੈ। ਉਹ ਜਿਹੜੀ ਵੀ ਹੈ ਉਹਨੂੰ ਧਿਆਨ ਰੱਖਿਓ, ਜਿਹੜੀ ਮਿਡਲ ਤੋਂ ਥੋੜੀ ਜਿਹੀ ਥੱਲੇ ਜਾਣੀ ਚਾਹੀਦੀ ਹੈ, ਹੇਠਲੀ ਲਾਈਨ ਨੂੰ ਟੱਚ ਨਹੀਂ ਹੋਣੀ ਚਾਹੀਦੀ। ਪਹਿਲਾਂ ਉੱਪਰ ਲੈਫਟ ਟੂ ਰਾਈਟ ਇੱਕ ਲਾਈਨ ਕੱਢ ਦਿੱਤੀ, ਫਿਰ ਉਹਦੇ ਹੇਠਾਂ ਇੰਗਲਿਸ਼ ਵਾਲੀ ਵੀ ਜਾਂ ਇਦਾਂ ਜੇਤੂ ਦਾ ਨਿਸ਼ਾਨ ਹੁੰਦਾ ਹੈ, ਉਹ ਅਸੀਂ ਲਿਖ ਦਿੱਤਾ। ਉਸ ਤੋਂ ਬਾਅਦ ਇਹਦੇ 0 ਵਾਂਗ ਦੋਨੋਂ ਪਾਸਿਆਂ ਤੋਂ ਆਉਣੇ ਆ, ਵਿਚਕਾਰ ਉਹ ਟੱਚ ਨਹੀਂ ਕਰਨਗੇ। ਇੱਕ ਰਾਈਟ ਵਾਲੇ ਪਾਸੇ ਤੋਂ ਮਿਡਲ ਤੋਂ ਥੋੜਾ ਜਿਹਾ ਉੱਪਰ ਕਰਕੇ ਰਾਈਟ ਨੂੰ ਘੁੰਮਦਿਆਂ ਹੋਇਆਂ
ਨੀਚੇ ਆ ਕੇ ਲੈਫਟ ਨੂੰ ਆਉਣਾ ਹੈ, ਦੂਸਰਾ ਲੈਫਟ ਤੋਂ ਘੁੰਮਦਿਆਂ ਹੋਇਆ ਨੀਚੇ ਆ ਕੇ ਰਾਈਟ ਨੂੰ ਹੋਣਾ ਹੈ, ਆਪਸ ਵਿੱਚ ਟੱਚ ਨਹੀਂ ਕਰਨੇ। ਲੱਲਾ ਬਹੁਤ ਸੌਖਾ ਹੈ, ਦੇਖਣ ਨੂੰ ਥੋੜਾ ਜਿਹਾ ਔਖਾ ਲੱਗਦਾ ਸੀ, ਪਰ ਜਦੋਂ ਤੁਹਾਨੂੰ ਟੈਕਨੀਕ ਪਤਾ ਲੱਗੀ, ਪਹਿਲਾਂ ਉਸਦਾ ਉੱਪਰ ਲੈਫਟ ਟੂ ਰਾਈਟ ਇੱਕ ਲਾਈਨ ਕੱਢ ਦੇਣੀ ਹੈ। ਮੈਂ ਇੱਕ ਵਾਰੀ ਫਿਰ ਸਕਰੀਨ ਤੇ ਦਿਖਾ ਦਿੰਦਾ। ਪਹਿਲਾਂ ਲਾਈਨ ਕੱਢੀ, ਉਸ ਤੋਂ ਬਾਅਦ ਹੇਠਾਂ ਉਹਦੇ ਵਿਕਟਰੀ ਦਾ ਸਾਈਨ, ਵਿਕਟਰੀ ਦਾ ਨਿਸ਼ਾਨ, ਜਿੱਤ ਦਾ ਨਿਸ਼ਾਨ ਵੀ। ਉਸ ਤੋਂ ਬਾਅਦ ਦੋਨੋਂ ਪਾਸੇ ਹਾਫ ਤੋਂ ਉੱਪਰੋਂ ਸ਼ੁਰੂ ਕਰਨਾ ਹੈ। ਲੈਫਟ ਤੋਂ ਲੈਫਟ ਵਾਲੇ ਪਾਸੇ ਨੂੰ ਹੇਠਾਂ ਨੂੰ ਘੁਮਾ ਕੇ ਰਾਈਟ ਨੂੰ ਜਾ ਕੇ ਉੱਪਰੋਂ ਰਾਈਟ ਤੋਂ ਰਾਈਟ ਵਾਲੇ ਪਾਸੇ ਨੂੰ ਇਦਾਂ ਘੁਮਾ ਕੇ ਆਪਸ ਵਿੱਚ ਟੱਚ ਨਹੀਂ ਹੋਣਾ ਚਾਹੀਦਾ। ਆਹ ਚੀਜ਼ ਸਪੇਸ ਹੋਣੀ ਚਾਹੀਦੀ ਹੈ ਵਿਚਕਾਰ। ਇਧਰੋਂ ਪੂਰਾ ਗੋਲ ਗੋਲ ਲੈ ਕੇ ਆਉਣਾ ਹੈ। ਜਿਹੜੇ ਸੋਹਣਾ ਸੋਹਣਾ ਲਿਖਣਗੇ, ਹੌਲੀ ਲਿਖਣਗੇ ਇੱਥੋਂ ਤੱਕ, ਉਸ ਤੋਂ ਬਾਅਦ ਇੱਥੋਂ ਤੱਕ। ਕੋਸ਼ਿਸ਼ ਕਰਨੀ ਸੁੰਦਰ ਲਿਖਣ ਦੀ ਆਦਤ ਬਣਾਉਣੀ ਸਾਰਿਆਂ ਨੇ। ਇਹ ਸੀ ਲੱਲਾ। ਇੱਕ ਵਾਰੀ ਸਾਰੇ ਮੇਰੇ ਨਾਲ ਬੋਲੋ, ਯਈਆ ਰਾਰਾ ਲੱਲਾ। ਹੁਣ ਆਪਾਂ ਲਿਖਾਂਗੇ ਵਾਵਾ। ਵਾਵਾ ਦੋਨਾਂ ਲਾਈਨਾਂ ਦੇ ਵਿਚਕਾਰ ਰਹੇਗਾ। ਉੱਪਰਲੀ ਲਾਈਨ ਤੋਂ ਸਭ ਤੋਂ ਪਹਿਲਾਂ ਉੱਪਰਲੀ ਲਾਈਨ ਦੇ ਉੱਪਰ ਲੈਫਟ ਟੂ ਰਾਈਟ ਇੱਕ ਲਾਈਨ ਕੱਢਣੀ ਹੈ, ਲੈਫਟ ਟੂ ਰਾਈਟ। ਇਹਨੂੰ ਵੀ ਥੋੜਾ ਜਿਹਾ ਧਿਆਨ ਨਾਲ ਦੇਖਿਓ। ਉਸ ਤੋਂ ਬਾਅਦ ਰਾਈਟ ਵਾਲੇ ਪਾਸੇ ਥੋੜਾ ਜਿਹਾ ਨੀਚੇ ਲਾਈਨ ਕੱਢ ਕੇ ਟੈਂਕਾ ਲਿਖ ਦੇਣਾ, ਜਿਵੇਂ ਆਪਾਂ ਟੈਂਕਾ ਲਿਖਿਆ ਸੀ ਉੱਪਰ, ਠੀਕ ਹੈ। ਔਰ ਇਹ ਨੀਚੇ ਵਾਲੀ ਲਾਈਨ ਤੱਕ ਨਹੀਂ ਪਹੁੰਚਣਾ ਚਾਹੀਦਾ, ਨੀਚੇ ਵਾਲੀ ਲਾਈਨ ਤੋਂ ਥੋੜਾ ਉੱਪਰ ਰਹਿਣਾ ਚਾਹੀਦਾ ਹੈ। ਤੇ ਉਸ ਤੋਂ ਬਾਅਦ ਨੀਚੇ ਇੱਕ ਵਾਰੀ ਫਿਰ ਇਦਾਂ ਪਾ ਦੇਣਾ ਗੋਲ ਕਰਕੇ। ਇਹ ਬਣ ਗਿਆ ਵਾਹ ਵਾਹ। ਇਹਨੂੰ ਥੋੜਾ ਧਿਆਨ ਨਾਲ ਦੇਖਿਓ, ਮੈਂ ਫਿਰ ਦਿਖਾ ਦਿੰਦਾ। ਸਭ ਤੋਂ ਪਹਿਲਾਂ ਲੈਫਟ ਟੂ ਰਾਈਟ ਇੱਕ ਲਾਈਨ ਕੱਢਣੀ ਹੈ, ਉਹਦੇ ਹੇਠਾਂ ਇੱਕ ਟੈਂਕਾ ਲਿਖ ਦੇਣਾ ਔਰ ਟੈਂਕਾ ਹੇਠਾਂ ਵਾਲੀ ਲਾਈਨ ਨੂੰ ਟੱਚ ਨਹੀਂ ਕਰਨਾ ਚਾਹੀਦਾ, ਹੇਠਾਂ ਵਾਲੀ ਲਾਈਨ ਤੋਂ ਥੋੜਾ ਉੱਪਰ ਰਹੇ। ਉਸ ਤੋਂ ਬਾਅਦ ਇਹਦੇ ਲੈਫਟ ਵਾਲੇ ਪਾਸਿਓਂ ਨੀਚੇ ਨੂੰ ਕਰਕੇ ਇਦਾਂ ਰਾਈਟ ਨੂੰ ਜਾ ਕੇ ਥੋੜਾ ਜਿਹਾ ਉੱਪਰ ਇਸ ਲਾਈਨ ਦੇ ਬਰਾਬਰ ਆ ਜਾਣਾ ਇਹਨੇ, ਤੇ ਇਹ ਲਾਈਨ ਇੱਥੋਂ ਤੱਕ ਪਹੁੰਚੇਗੀ। ਇਹ ਬਣ ਗਿਆ ਵਾਵਾ। ਇੱਕ ਵਾਰੀ ਫਿਰ ਭਾਵੇਂ ਸਕਰੀਨ ਤੋਂ ਦੇਖ ਲਓ। ਉੱਪਰੋਂ ਲਾਈਨ ਕੱਢੀ, ਫਿਰ ਹੇਠਾਂ ਟੈਂਕਾ ਲਿਖਿਆ, ਫਿਰ ਲੈਫਟ ਤੋਂ ਨੀਚੇ ਵਾਲੇ ਨੂੰ ਹੋ ਕੇ ਇਦਾਂ ਇਹ ਲਾਈਨ ਕੱਢੀ ਗਈ। ਇਹ ਵਾਵਾ ਬਣ ਗਿਆ। ਬਹੁਤ ਸੌਖਾ। ਇੱਥੋਂ ਤੱਕ ਕਿੰਨਾ ਨੇ ਲਿਖ ਲਿਆ? ਹੱਥ ਖੜਾ ਕਰੋ। ਓਕੇ, ਬਾਕੀ ਕੰਪਲੀਟ ਕਰ ਲਓ, ਕੋਈ ਗੱਲ ਨਹੀਂ। ਯਈਆ ਰਾਰਾ ਲੱਲਾ ਵਾਵਾ। ਇਸ ਤੋਂ ਬਾਅਦ ਹੋ ਜਾਏਗਾ 35ਵਾਂ ਅੱਖਰ, ਜਿਹਨੂੰ ਪੰਜਾਬੀ ਨੂੰ 35 ਅੱਖਰੀ ਕਹਿੰਦੇ ਆ ਨਾ। 35ਵਾਂ ਅੱਖਰ 35th ਲੈਟਰ ਜਿਹੜਾ ਹੈ ਉਹ ਆਪਾਂ ਇਸ ਤੋਂ ਬਾਅਦ ਕਰਾਂਗੇ। ਪਹਿਲਾਂ ਜਿਹੜੇ ਛੋਟੇ ਬੱਚੇ ਨੇ ਉਹਨਾਂ ਨੂੰ ਲਿਖ ਲੈਣ ਦਿਓ। ਓਕੇ, ਰਾਣ ਫਤਿਹ ਸਿੰਘ ਨੇ ਲਿਖ ਲਿਆ, ਜੈਸ ਨੂਰ ਨੇ ਲਿਖ ਲਿਆ, ਅਨਮੋਲ ਨੇ ਲਿਖ ਲਿਆ, ਰਿਸ਼ਮ ਨੂਰ ਏਕਮ ਨੇ ਲਿਖ ਲਿਆ, ਨਵਕਰਨ ਨੇ ਲਿਖ ਲਿਆ, ਵਾਹ, ਰਿਦੇ ਸਿੰਘ ਨੇ ਵੀ ਲਿਖ ਲਿਆ, ਸਾਹਿਬ ਤਾਰਨ ਹਰਨੂਰ ਲਿਖ ਲਿਆ, ਤਿੰਨਾਂ ਨੇ, ਨਵ ਨੂਰ। ਓਕੇ, ਸਾਰਿਆਂ ਨੇ ਲਿਖ ਲਿਆ? ਹੱਥ ਖੜਾ ਕਰੋ। ਓ ਵਾਹ, ਸ਼ਾਬਾਸ਼, ਬਹੁਤ ਅੱਛੇ ਮੇਰਾ ਸ਼ੇਰ ਪੁੱਤ। ਹੁਣ ਹੈ ਰਾੜਾ। ਰਾੜਾ ਵੀ ਦੋਨਾਂ ਲਾਈਨਾਂ ਦੇ ਵਿਚਕਾਰ ਆਏਗਾ। ਇਸ ਨੂੰ ਥੋੜਾ ਜਿਹਾ ਧਿਆਨ ਨਾਲ ਦੇਖਿਓ, ਬੜਾ ਸੌਖਾ ਹੈ। ਸਭ ਤੋਂ ਪਹਿਲਾਂ ਉੱਪਰ ਲੈਫਟ ਟੂ ਰਾਈਟ ਇੱਕ ਲਾਈਨ ਕੱਢਣੀ ਹੈ, ਉਹਦੇ ਹੇਠਾਂ 3 ਲਿਖ ਦੇਣਾ ਹੈ। ਆ ਦੇਖੋ, ਲੈਫਟ ਟੂ ਰਾਈਟ ਲਾਈਨ ਕੱਢ ਕੇ 3 ਲਿਖ ਦੇਣਾ ਹੈ। ਤੇ 3 ਲਿਖਣ ਲੱਗਿਆਂ ਉਸ ਤੋਂ ਬਾਅਦ 2 ਆ ਧਿਆਨ ਰੱਖਿਓ। ਇਹ ਏਦਾਂ ਕਰਕੇ ਇੱਕ ਇਧਰੋਂ ਲਾਸਟ ਜਿੱਥੇ 3 ਦਾ ਐਂਡ ਆਉਂਦਾ, ਇੱਥੋਂ ਥੋੜੀ ਨੀਚੇ ਨੂੰ ਟੇਢੀ ਲਾਈਨ, ਫਿਰ ਆ ਇੱਥੇ ਜੇ ਕਰਕੇ ਇੱਕ ਹੋਰ ਟੇਢੀ ਲਾਈਨ। ਇਹ ਬਣ ਗਿਆ ਅੜਾੜਾ। ਜਦੋਂ ਮਿਕਸਡ ਲੈਟਰ ਕਰਵਾਵਾਂਗੇ ਉੱਥੇ ਤੁਹਾਨੂੰ ਦੱਸਾਂਗੇ ਕਿੱਦਾਂ ਊੜੇ ਤੋਂ ਤੱਤਾ ਬਣਦਾ ਹੈ, ਫਿਰ ਤੱਤੇ ਤੋਂ ਡੱਡਾ ਬਣਦਾ ਹੈ, ਫਿਰ ਡੱਡੇ ਤੋਂ ਰਾੜਾ ਬਣਦਾ ਹੈ। ਇਦਾਂ ਜਿਹੜੇ ਭਲਾਵੇਂ ਅੱਖਰ ਨੇ ਉਹਦੇ ਵਿੱਚ ਇਹਨਾਂ ਦੀ ਸਾਰੀ ਕੈਟੇਗਰੀ ਤੁਹਾਨੂੰ ਸਿਖਾਈ ਜਾਏਗੀ। ਇੱਕ ਵਾਰੀ ਸਕਰੀਨ ਤੋਂ ਮੈਂ ਫਿਰ ਤੁਹਾਨੂੰ ਰਿਪੀਟ ਕਰਨ ਲੱਗਿਆ। ਪਹਿਲਾਂ ਲੈਫਟ ਟੂ ਰਾਈਟ ਲਾਈਨ ਕੱਢ ਦੇਣੀ ਹੈ, ਉਹਦੇ ਹੇਠਾਂ ਇੰਗਲਿਸ਼ ਵਾਲਾ 3 ਲਿਖ ਦੇਣਾ ਹੈ। ਬੜਾ ਸੌਖਾ।
ਜਿੱਥੇ 3 ਦੀ ਇਹ ਲਾਈਨ ਫਿਨਿਸ਼ ਹੁੰਦੀ ਹੈ ਉਥੋਂ ਨੀਚੇ ਨੂੰ ਇੱਕ ਲਾਈਨ ਕੱਢਣੀ ਹੈ, ਇਧਰ ਵਿਚਕਾਰ ਜੇ ਕਰਕੇ ਥੋੜਾ ਰਾਈਟ ਵਾਲੀ ਸਾਈਡ ਤੇ ਇੱਕ ਲਾਈਨ ਹੋਰ ਕੱਢ ਦੇਣੀ ਹੈ। ਇਹ ਬਣ ਗਿਆ ਆੜਾ ਆੜਾ। ਹੁਣ ਅੱਗੇ ਜਿਹੜੇ 6 ਅੱਖਰ ਨੇ ਬੇਟਾ ਜੀ ਉਹ ਆਲਰੇਡੀ ਤੁਸੀਂ ਲਿਖੇ ਹੋਏ ਨੇ, ਸਿਰਫ ਉਹਨਾਂ ਦੇ ਪੈਰ ਵਿੱਚ ਬਿੰਦੀ ਪਾਉਣੀ ਹੈ। ਪਰ ਫਿਰ ਵੀ ਮੈਂ ਇੱਕ ਵਾਰੀ ਤੁਹਾਨੂੰ ਦੱਸ ਦਿੰਦਾ ਕਿੱਦਾਂ ਕਰਨੇ ਨੇ। ਸਭ ਤੋਂ ਪਹਿਲਾਂ ਸੱਸਾ ਲਿਖਣਾ ਹੈ। ਸੱਸਾ ਉਸੇ ਤਰ੍ਹਾਂ ਜਿਵੇਂ ਤੁਸੀਂ ਪਹਿਲਾਂ ਲਿਖਿਆ ਸੀ, ਉੱਪਰ ਲਾਈਨ ਕੱਢ ਦੇਣੀ ਹੈ, ਲੈਫਟ ਟੂ ਰਾਈਟ ਲਾਈਨ ਕੱਢ ਕੇ ਫਿਰ ਲੈਫਟ ਵਾਲੇ ਪਾਸੇ ਤੋਂ ਨੀਚੇ ਨੂੰ ਲਾਈਨ ਆਉਣੀ ਹੈ, ਉੱਪਰੋਂ ਘੁਮਾ ਕੇ ਹਾਫ 'ਚ ਜਾ ਕੇ ਹਾਫ ਤੋਂ ਫਿਰ ਰਾਈਟ ਵਾਲੇ ਪਾਸੇ ਤੇ ਰਾਈਟ ਵਾਲੇ ਪਾਸੇ ਲਾਈਨ ਇੱਕ ਕੱਢ ਦੇਣੀ ਹੈ। ਤੇ ਇਹਨਾਂ ਦੋਨਾਂ ਦੇ ਵਿਚਕਾਰ ਇੱਥੇ ਬਿੰਦੀ ਲਿਖ ਦੇਣੀ ਹੈ। ਆ ਯਾਦ ਰੱਖਿਓ, ਇੱਥੇ ਸੱਸੇ ਦੇ ਪੈਰ ਵਿੱਚ ਇੱਕ ਬਿੰਦੀ ਪਾ ਦੇਣੀ ਹੈ। ਬੜਾ ਸੌਖਾ। ਸੱਸਾ ਤੁਸੀਂ ਸਾਰਿਆਂ ਨੇ ਲਿਖਿਆ, ਸੱਸਾ ਲਿਖ ਕੇ ਉਹਦੇ ਪੈਰ ਵਿੱਚ ਬਿੰਦੀ ਪਾ ਦੇਣੀ। ਹਿਰਦੇ ਕੌਰ ਨੇ ਲਿਖ ਲਿਆ, ਵਾਹ ਸ਼ਾਬਾਸ਼। ਅੱਛਾ ਕੁਝ ਪੁੱਛਣਾ ਪੁੱਤ? ਹਾਂਜੀ। ਹਾਂ ਬੇਟੇ। ਜਦੋਂ ਜਿਹੜਾ ਸਾਡਾ ਪਹਿਲਾ ਅੱਖਰ ਸੀਗਾ, ਮੇਰੀ ਉਦੋਂ ਪੈਨਸਲ ਟੁੱਟ ਗਈ ਸੀਗੀ, ਫਿਰ ਮੇਰੇ ਕੋਲ ਲਿਖ ਨਹੀਂ ਹੋਇਆ। ਮੈਂ ਦਿਖਾ ਦਿੰਦਾ ਪੁੱਤ, ਮੈਂ ਦਿਖਾ ਦਿੰਦਾ। ਓਕੇ, ਦੱਸ ਦਿਆ ਕਰੋ। ਆਹ ਰਾੜਾ, ਰਾੜਾ ਲਿਖਣਾ ਪੁੱਤ। ਨਹੀਂ, ਪਹਿਲਾ ਵਾਲਾ ਆ। ਕਿਹੜਾ ਇਸ ਤੋਂ ਪਹਿਲਾਂ? ਆਹ ਤੁਸੀਂ ਅੱਖਰ ਦੱਸੋ ਬੇਟੇ ਕਿਹੜਾ ਹੈ? ਜਈਆ। ਯਹੀ ਆ। ਅੱਛਾ ਅੱਛਾ ਓਕੇ। ਬਾਕੀ ਸਾਰੇ ਲਿਖ ਲਏ ਸੀ? ਬਾਕੀ ਰਾਰਾ ਲੱਲਾ ਵਾਵਾ ਡਾੜਾ ਲਿਖ ਲਿਆ ਪੁੱਤ? ਹਾਂਜੀ। ਓਕੇ ਪੁੱਤ, ਯਹੀ ਆ। ਮੈਂ ਦਿਖਾ ਦਿੰਦਾ ਤੁਹਾਨੂੰ। ਓਕੇ, ਬਹੁਤ ਸਿਆਣੀ ਬੱਚੀ। ਆ ਦੇਖੋ ਯਹੀ ਆ। ਪਹਿਲਾਂ ਲੈਫਟ ਟੂ ਰਾਈਟ ਲਾਈਨ ਕੱਢਣੀ ਹੈ ਪੁੱਤ। ਲਾਈਨ ਕੱਢ ਕੇ ਉਹਦੇ ਰਾਈਟ ਵਾਲੇ ਪਾਸੇ ਇੱਕ ਲਾਈਨ ਹੋਰ ਕੱਢ ਦੇਣੀ ਹੈ ਤੇ ਲੈਫਟ ਵਾਲੇ ਪਾਸੇ ਯੂ ਲਿਖਦੇ ਆ। ਉਹ ਯੂ ਦਾ ਜਿਹੜੇ ਰਾਈਟ ਸਾਈਡ ਆ ਉਹਨੂੰ ਹਾਫ ਤੱਕ ਹੀ ਲਿਜਾਣਾ ਹੈ ਔਰ ਇੱਥੋਂ ਇਹਦੇ ਨਾਲ ਫਿਰ ਇਸ ਨੂੰ ਇਦਾਂ ਮੇਲ ਦੇਣਾ। ਫਿਰ ਇੱਕ ਵਾਰੀ ਦਿਖਾ ਦੇਣਾ ਪੁੱਤ। ਲੈਫਟ ਟੂ ਰਾਈਟ ਇੱਕ ਲਾਈਨ ਕੱਢੀ, ਫਿਰ ਉਹਦੇ ਰਾਈਟ ਵਾਲੇ ਪਾਸੇ ਉੱਪਰੋਂ ਨੀਚੇ ਤੱਕ ਇੱਕ ਲਾਈਨ ਕੱਢੀ, ਫਿਰ ਲੈਫਟ ਵਾਲੇ ਪਾਸੇ ਉੱਪਰੋਂ ਟੱਚ ਕਰਕੇ ਯੂ ਸ਼ੁਰੂ ਕੀਤਾ, ਪਰ ਯੂ ਦਾ ਇਧਰਲੇ ਪਾਸਿਓਂ ਹਾਫ ਤੱਕ ਲੈ ਕੇ ਗਏ, ਹਾਫ ਤੋਂ ਇਧਰ ਨੂੰ ਮੋੜ ਕੇ ਨਾਲ ਟੱਚ ਕਰ ਦਿੱਤਾ ਤਾਂ ਇਹ ਬਣ ਗਿਆ ਯਹੀ ਆ। ਹਿਰਦੇ ਕੌਰ ਹੋ ਗਿਆ ਪੁੱਤ? ਓਕੇ ਪੁੱਤ, ਓਕੇ ਮੇਰਾ ਸ਼ੇਰ, ਸ਼ਾਬਾਸ਼, ਬਹੁਤ ਅੱਛੇ। ਓਕੇ, ਆਪਾਂ ਹੁਣ ਕਰ ਰਹੇ ਸੀ ਪੁੱਤ ਸੱਸਾ। ਸੱਸੇ ਪਰ ਬਿੰਦੀ, ਲੈਫਟ ਟੂ ਰਾਈਟ ਲਾਈਨ ਕੱਢੀ, ਫਿਰ ਇਧਰੋਂ ਲੈਫਟ ਵਾਲੇ ਪਾਸੇ ਤੋਂ ਨੀਚੇ ਨੂੰ ਆਏ। ਸੱਸਾ ਤੁਹਾਨੂੰ ਆਲਰੇਡੀ ਲਿਖਣਾ ਆਉਂਦਾ ਹੈ, ਪਹਿਲਾਂ ਤੁਸੀਂ ਲਿਖਿਆ ਸੀ। ਇਤੋਂ ਹਾਫ ਤੋਂ ਮਿਡਲ ਦੇ ਵਿੱਚੋਂ ਅਸੀਂ ਰਾਈਟ ਵਾਲੇ ਪਾਸੇ ਗਏ ਤੇ ਰਾਈਟ ਵਾਲੇ ਪਾਸੇ ਲਾਈਨ ਜੋੜ ਦਿੱਤੀ। ਸੱਸਾ ਲਿਖ ਕੇ ਵਿਚਕਾਰ ਬਿੰਦੀ ਪਾ ਦੇਣੀ ਹੈ, ਬਸ ਜ਼ੱਜੇ ਪੈਰ ਬਿੰਦੀ। ਠੀਕ ਹੈ, ਸੱਸਾ ਤੁਸੀਂ ਆਲਰੇਡੀ ਲਿਖਦੇ ਸੀ, ਬੜਾ ਸੌਖਾ ਹੈ। ਉਹਦੇ ਵਿਚਕਾਰ ਬਿੰਦੀ ਪਾ ਦੇਣੀ, ਇਹਨੂੰ ਕਹਿੰਦੇ ਸੱਸੇ ਪੈਰ ਬਿੰਦੀ ਸ਼। ਓਕੇ, ਉਸ ਤੋਂ ਬਾਅਦ ਖੱਖਾ ਲਿਖ ਲਓ ਉਸੇ ਤਰ੍ਹਾਂ। ਖੱਖਾ ਲਿਖਣ ਲੱਗਿਆ ਅੱਜ ਜਿੱਦਾਂ ਯੂ ਲਿਖਦੇ ਆ ਇਦਾਂ ਵਧੀਆ ਇੱਥੋਂ ਰਾਈਟ ਵਾਲੇ ਪਾਸੇ ਜਾ ਕੇ ਫਿਰ ਨੀਚੇ ਨੂੰ ਆਉਣਾ ਹੈ, ਥੋੜਾ ਥੋੜਾ ਇੱਥੋਂ ਲੈਫਟ ਨੂੰ ਆ ਜਾਣਾ ਹੈ, ਨੀਚੇ ਵਾਲੀ ਲਾਈਨ ਨੂੰ ਟੱਚ ਨਹੀਂ ਕਰਨਾ। ਇੱਥੋਂ ਫਿਰ ਹੇਠਾਂ ਨੂੰ ਨੀਚੇ ਨੂੰ ਘੁਮਾ ਕੇ ਗੋਲ ਗੋਲ ਇਹ ਇਦਾਂ ਕਰਕੇ ਇਦਾਂ ਉੱਪਰ ਨੂੰ ਇੱਥੋਂ ਤੱਕ ਪਹੁੰਚਣਾ ਹੈ ਤੇ ਇਹਦੇ ਨਾਲ ਪੂਰੀ ਇੱਕ ਲਾਈਨ ਕੱਢ ਕੇ ਉੱਪਰੋਂ ਰਾਈਟ ਨੂੰ ਕਰ ਦੇਣਾ ਤੇ ਵਿਚਕਾਰ ਇਹਦੇ ਲਾਈਨ ਆ ਕੱਢ ਦੇਣੀ ਹੈ ਵਿਚਕਾਰ ਵਾਲੀ। ਇਹ ਬਣ ਗਿਆ ਖੱਖਾ। ਇਹਦੇ ਇੱਥੇ ਜੇ ਕਰਕੇ ਬਿੰਦੀ ਪਾ ਦੇਣੀ ਆ, ਦੇਖੋ ਇੱਥੇ ਲਾਸਟ ਇਹਦੇ ਖੱਬੇ ਪਾਸੇ। ਸੱਸੇ ਦੇ ਅਸੀਂ ਬਿਲਕੁਲ ਮਿਡਲ ਦੇ ਵਿੱਚ ਬਿੰਦੀ ਪਾਈ ਸੀ, ਖੱਖੇ ਦੇ ਇੱਕ ਪਾਸੇ ਤੇ ਬਿੰਦੀ ਪਾਈ ਦੀ ਹੈ ਲੈਫਟ ਸਾਈਡ ਵਾਲੇ ਪਾਸੇ। ਵਾਹ, ਬਹੁਤ ਸਿਆਣੇ, शाबाश। पहला सी ससे पर बिंदी, दूसरा है खखे पर बिंदी ख। भाई किन्ना किन्ना ने खखे पर बिंदी लिख ली? ओ वाह, मैं एक बारी फिर दिखा देना तो सौखा हो जाएगा। आ देखो, पहला आपां इत्थों राइट लगाए, थोड़ा जा राइट ले जाके नीचे नू आ गए, नीचे तो लैफ्ट हेठा टच नहीं करना, उतो गोलाई विच हेठा नू टच करदे आ इत्थे पहुंचना है। इहदे नाल फिर आ लाइन कढ के इत्थों उपरली लाइन थोड़ी जी राइट नू मोड़ देनी है, फिर विचकार इस टच कर देना है
ਤੇ ਇੱਥੇ ਕਰਕੇ ਲੈਫਟ ਵਾਲੇ ਪਾਸੇ ਇਹਦੇ ਰਾੜਾ ਜਈ ਜਈਆ ਹਾਂਜੀ ਮਾਈਕ ਮੈਂ ਮਿਊਟ ਰੱਖਾਂਗਾ ਸਾਰਾ। ਓਕੇ ਜੀ, ਲਿਖ ਲਿਆ ਬੇਟੇ? ਹੱਥ ਖੜਾ ਕਰੋ ਜਿਨ੍ਹਾਂ ਜਿਨ੍ਹਾਂ ਲਿਖ ਲਿਆ। ਵਾਓ ਸ਼ਾਬਾਸ਼, ਬਹੁਤ ਅੱਛੇ ਮੇਰਾ ਸ਼ੇਰ, ਸ਼ਾਬਾਸ਼। ਅਗਲਾ ਅੱਖਰ ਬਾਬਾ ਜੀ ਹਾਂਜੀ ਹਲੇ ਨਹੀਂ ਲਿਖਿਆ। ਲਿਖੋ ਪੁੱਤ, ਲਿਖੋ ਜਪਨੂਰ, ਠੀਕ ਹੈ। ਲਿਖ ਲਓ, ਸ਼ਾਬਾਸ਼। ਸੋਹਣੇ ਸੋਹਣੇ ਅੱਖਰ ਲਿਖੀ ਦੇ ਨੇ, ਭਾਵੇਂ ਸਲੋ ਸਪੀਡ ਹੋਵੇ, ਉਹਦੇ ਨਾਲ ਸਹਿਜ ਆਉਂਦਾ ਏ। ਆਪਣੇ ਆਪ ਨੂੰ ਆਪਣੇ ਚਾਰ ਚਫੇਰੇ ਸੁੰਦਰ ਰੱਖਣ ਦੀ ਬਿਰਤੀ ਜਾਗਦੀ ਹੈ। ਗੁਰੂ ਸਾਹਿਬ ਦਾ ਸ਼ੁਕਰਾਨਾ ਜਾਗਦਾ ਹੈ। ਸ਼ੁਕਰ ਵਾਹਿਗੁਰੂ ਸੱਚੇ ਪਾਤਸ਼ਾਹ ਦਾ, ਆਪਾਂ ਆਪਣੀ ਮਾਂ ਬੋਲੀ ਸਿੱਖ ਰਹੇ ਹਾਂ। ਥੈਂਕਸ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਦਾ, ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਬਹੁਤ ਬਹੁਤ ਸ਼ੁਕਰ, ਆਪਾਂ ਗੁਰੂ ਬੋਲੀ ਸਿੱਖ ਰਹੇ ਹਾਂ। ਗੁਰਮੁਖੀ ਸਾਡੀ ਮਾਂ ਬੋਲੀ ਵੀ ਹੈ, ਗੁਰਮੁਖੀ ਸਾਡੇ ਗੁਰੂ ਸਾਹਿਬ ਦੀ ਬੋਲੀ ਵੀ ਹੈ। ਓਕੇ ਜੀ, ਆਪ ਨੂੰ ਲਿਖ ਲਿਆ? ਹਾਂਜੀ ਓਕੇ, ਥੈਂਕ ਯੂ ਪੁੱਤ। ਓਕੇ, ਅਗਲਾ ਹੈ ਗੱਗਾ। ਗੱਗਾ ਤੁਸੀਂ ਸਾਰਿਆਂ ਨੇ ਪਹਿਲਾਂ ਲਿਖਿਆ ਹੈ, ਬਹੁਤ ਹੀ ਸੌਖਾ ਹੈ। ਉੱਪਰ ਲੈਫਟ ਟੂ ਰਾਈਟ ਇੱਕ ਲਾਈਨ ਕੱਢਣੀ ਹੈ, ਫਿਰ ਉਹ ਰਾਈਟ ਵਾਲੇ ਪਾਸੇ ਵਾਹਿਗੁਰੂ ਇਹਦੇ ਹਾਫ ਦੇ ਵਿੱਚ ਉੱਪਰੋਂ ਨੀਚੇ ਨੂੰ ਲਾਈਨ ਆਉਣੀ ਹੈ। ਨੀਚੇ ਨੂੰ ਆ ਕੇ ਬਿਲਕੁਲ ਲਾਈਨ ਨੂੰ ਨੀਚੇ ਵਾਲੀ ਨੂੰ ਟੱਚ ਕਰਕੇ ਲੈਫਟ ਵਾਲੇ ਪਾਸੇ ਮੁੜ ਜਾਣਾ ਹੈ ਤੇ ਗੁਲਾਈ ਦੇ ਵਿੱਚ ਹਾਫ ਤੱਕ ਪਹੁੰਚ ਕੇ ਇਸ ਲਾਈਨ ਨੂੰ ਟੱਚ ਕਰ ਦੇਣਾ। ਠੀਕ ਹੈ, ਟੱਚ ਕਰਨ ਤੋਂ ਬਾਅਦ ਰਾਈਟ ਵਾਲੇ ਪਾਸੇ ਇੱਕ ਲਾਈਨ ਹੋਰ ਕੱਢ ਦੇਣੀ ਹੈ। ਇਹ ਬਣ ਗਿਆ ਗੱਗਾ। ਤੇ ਗੱਗੇ ਦੇ ਵੀ ਬਿਲਕੁਲ ਲੈਫਟ ਵਾਲੇ ਪਾਸੇ ਬਿੰਦੀ ਪਊਗੀ ਇੱਥੇ ਜਾ ਕੇ, ਏਦਾਂ। ਠੀਕ ਹੈ, ਬੜਾ ਸੌਖਾ ਹੈ। ਮੈਂ ਇੱਕ ਵਾਰੀ ਫਿਰ ਰਿਪੀਟ ਕਰ ਦਿੰਦਾ। ਪਹਿਲਾਂ ਲੈਫਟ ਟੂ ਰਾਈਟ ਲਾਈਨ ਕੱਢਣੀ ਹੈ, ਲੈਫਟ ਟੂ ਰਾਈਟ ਲਾਈਨ ਕੱਢ ਕੇ ਫਿਰ ਲੈਫਟ ਵਾਲੇ ਪਾਸੇ ਬਿਲਕੁਲ ਮਿਡਲ ਤੋਂ ਸ਼ੁਰੂ ਕਰਨਾ, ਉੱਪਰੋਂ ਮਿਡਲ ਤੋਂ ਸ਼ੁਰੂ ਕਰਕੇ ਨੀਚੇ ਨੂੰ ਲਾਈਨ ਸਿੱਧੀ ਲਿਆਉਣੀ ਹੈ। ਨੀਚੇ ਵਾਲੀ ਲਾਈਨ ਨੂੰ ਟੱਚ ਕਰਕੇ ਲੈਫਟ ਵਾਲੇ ਪਾਸੇ ਨੂੰ ਮੁੜ ਜਾਣਾ ਹੈ ਤੇ ਉਹਨੂੰ ਗੋਲ ਗੋਲ ਘੁੰਮਣਾ ਹੈ, ਜਿਵੇਂ ਰਾਉਂਡ ਅਬਾਊਟ ਤੇ ਅਸੀਂ ਘੁੰਮਦੇ ਹਾਂ। ਇਦਾਂ ਘੁੰਮਦਿਆਂ ਇਸ ਨੂੰ ਮਿਡਲ 'ਚ ਜਾ ਕੇ ਟੱਚ ਕਰ ਦੇਣਾ ਹੈ। ਟੱਚ ਕਰਨ ਤੋਂ ਬਾਅਦ ਰਾਈਟ ਵਾਲੇ ਪਾਸੇ ਇੱਕ ਲਾਈਨ ਹੋਰ ਕੱਢ ਦੇਣੀ ਹੈ ਤੇ ਇਹਦੇ ਲੈਫਟ ਵਾਲੇ ਪਾਸੇ ਬਿੰਦੀ ਪਾ ਦੇਣੀ ਹੈ। ਇਹ ਬਣ ਗਿਆ ਗੱਗੇ ਪੈਰ ਬਿੰਦੀ। ਪਹਿਲਾ ਸੀ ਸੱਸੇ ਪੈਰ ਬਿੰਦੀ, ਦੂਸਰਾ ਸੀ ਖੱਖੇ ਪੈਰ ਬਿੰਦੀ, ਤੀਜਾ ਹੈ ਗੱਗੇ ਪੈਰ ਬਿੰਦੀ। ਅੱਜ ਅਸੀਂ 11 ਅੱਖਰ ਸਿੱਖਣੇ ਨੇ, ਜਿਹਦੇ ਚੋਂ 8 ਅੱਖਰ ਆਪਾਂ ਸਿੱਖ ਲਏ ਨੇ। ਯਈਆ, ਰਾਰਾ, ਲੱਲਾ, ਵਾਵਾ, ਅੜਾੜਾ, ਸੱਸੇ ਪੈਰ ਬਿੰਦੀ, ਖੱਖੇ ਪੈਰ ਬਿੰਦੀ, ਗੱਗੇ ਪੈਰ ਬਿੰਦੀ। ਗੱਗੇ ਪੈਰ ਬਿੰਦੀ ਕਿੰਨਾ ਨੇ ਲਿਖ ਲਿਆ ਬਈ? ਹੱਥ ਖੜਾ ਕਰੋ। ਉਹ ਵਾਓ ਸ਼ਾਬਾਸ਼, ਬਹੁਤ ਸੋਹਣਾ। ਹਾਂਜੀ, ਗੱਗੇ ਪੈਰੀ ਬਿੰਦੀ ਦਾ ਦੀ ਆਵਾਜ਼ ਕਿਵੇਂ ਦੀ ਹੁੰਦੀ ਹੈ ਜੀ? ਇਹਦੀ ਆਵਾਜ਼ ਹੁੰਦੀ ਬੇਟਾ ਜੀ, ਆਮ ਅਸੀਂ ਇਹ ਜ਼ਿਆਦਾ ਜਿਹੜੀ ਹੈ ਨਾ ਤਕਰੀਬਨ ਉਰਦੂ ਫਾਰਸੀ ਵਿੱਚ ਵਰਤੀ ਜਾਂਦੀ ਹੈ। ਗ ਹਾਂਜੀ, ਗ ਗੁਲ, ਗੁਲਸ਼ਨ, ਗੁਲਫਾਮ, ਏਦਾਂ। ਉਹ ਗੱਗੇ ਨੂੰ ਹਾਂ, ਜਿਵੇਂ ਜੀ ਦੇ ਮੰਨ ਲਓ ਪੈਰ ਵਿੱਚ ਹਾਹੇ ਦੀ ਆਵਾਜ਼ ਦੇਣੀ ਹੋਵੇ, ਖੁੱਲੀ ਆਵਾਜ਼ ਗ ਗ। ਆਮ ਤੌਰ ਤੇ ਅਸੀਂ ਲੈਟਰ ਬਣਾਉਣ ਲੱਗੇ ਹਾਂ, ਜਿਹੜੀ ਸਾਡੀ ਲਿਪਸ ਨੇ, ਸਾਡੀ ਜੀਭ ਹੈ ਤੇ ਉੱਪਰਲਾ ਸਾਰਾ ਸਿਸਟਮ ਹੈ, ਉਹਦੇ ਤੇ ਪ੍ਰੈਸ਼ਰ ਪੈਂਦਾ ਹੁੰਦਾ ਹੈ ਤੇ ਜਿਹੜੇ ਪੈਰੀ ਬਿੰਦੀ ਵਾਲੇ ਇਹਦੇ ਤੇ ਪ੍ਰੈਸ਼ਰ ਘਟ ਜਾਂਦਾ ਹੈ। ਗ ਦੀ ਬਜਾਏ ਗ ਗ। ਗੁਲ, ਗੁਲਸ਼ਨ, ਗੁਲਫਾਮ। ਆਮ ਤੌਰ ਤੇ ਇਹ ਪੰਜਾਬੀ ਦੇ ਵਿੱਚ ਗੱਗੇ ਪੈਰ ਬਿੰਦੀ ਬਹੁਤੀ ਨਹੀਂ ਬੋਲੀ ਜਾ ਰਹੀ। ਇਹ ਤਕਰੀਬਨ ਫਾਰਸੀ, ਉਰਦੂ ਦੇ ਵਿੱਚ ਇਹ ਅੱਖਰ ਆਉਂਦੇ ਨੇ। ਤੇ ਜਦੋਂ ਆਪਾਂ ਜਿਵੇਂ ਆਪਾਂ ਆਮ ਤੌਰ ਤੇ ਪਤਾ ਕੀ ਹੈ ਬੇਟੇ, ਆਮ ਆਪਾਂ ਕਹਿੰਦੇ ਜਫਰਨਾਮਾ, ਐਕਚੁਅਲੀ ਜਫਰਨਾਮਾ ਨਹੀਂ ਹੁੰਦਾ, ਜ਼ਫਰਨਾਮਾ ਹੁੰਦਾ ਹੈ, ਜੱਜੇ ਪੈਰ ਬਿੰਦੀ ਹੁੰਦਾ ਹੈ। ਹਾਂਜੀ, ਜ਼ਫਰਨਾਮਾ। ਹਾਂ, ਏਦਾਂ ਪੁੱਤ, ਬਹੁਤ ਅੱਛੇ ਪੁੱਤ, ਸ਼ਾਬਾਸ਼। ਹਾਂਜੀ, ਓਕੇ। ਅਗਲਾ ਅੱਖਰ ਬੇਟਾ ਜੀ ਜੱਜੇ ਪੈਰ ਬਿੰਦੀ, ਜ਼ੈਡ ਵਾਲਾ, ਇੰਗਲਿਸ਼ ਵਾਲਾ ਜ਼ੈਡ ਵਾਲਾ। ਉਸੇ ਤਰ੍ਹਾਂ ਤੁਸੀਂ ਜੱਜਾ ਲਿਖਦੇ ਹੀ ਹੋ, ਬਹੁਤ ਸੌਖਾ ਹੈ। ਪਹਿਲਾਂ ਉੱਪਰ ਲੈਫਟ ਟੂ ਰਾਈਟ ਲਾਈਨ ਕੱਢਣੀ ਹੈ,
ਲੈਫਟ ਟੂ ਰਾਈਟ ਲਾਈਨ ਤੋਂ ਬਾਅਦ ਰਾਈਟ ਵਾਲੇ ਪਾਸੇ ਉੱਪਰੋਂ ਨੀਚੇ ਵਾਲੀ ਲਾਈਨ ਨੂੰ ਟੱਚ ਕਰਦੇ ਆ ਇੱਕ ਲਾਈਨ ਹੋਰ ਕੱਢ ਦੇਣੀ ਹੈ ਤੇ ਮਿਡਲ ਦੇ ਵਿੱਚੋਂ ਲੈਫਟ ਰਾਈਟ ਟੂ ਲੈਫਟ ਲਿਆ ਕੇ ਉੱਪਰ ਦੀ ਘੁੰਮ ਕੇ ਉਹਨੂੰ ਨੀਚੇ ਫਿਰ ਨੀਚੇ ਨੂੰ ਡਾਊਨ ਤੱਕ ਲੈ ਜਾਣਾ ਹੈ। ਇਹ ਜੱਜਾ ਬਣ ਗਿਆ ਤੇ ਜੱਜੇ ਦੀ ਜਿਹੜੀ ਬਿੰਦੀ ਆਏਗੀ ਉਹ ਬਿਲਕੁਲ ਵਿਚਕਾਰ ਆਏਗੀ ਬੇਟਾ ਜੀ, ਆ ਦੋਨਾਂ ਲਾਈਨਾਂ ਦੇ ਵਿਚਕਾਰ ਆਏਗੀ, ਇਹ ਖਾਸ ਖਿਆਲ ਰੱਖਿਓ। ਸੱਸੇ ਦੇ ਵੀ ਵਿਚਕਾਰ ਬਿੰਦੀ ਆਏਗੀ ਨੀਚੇ ਤੇ ਜੱਜੇ ਦੇ ਵੀ ਵਿਚਕਾਰ ਆਏਗੀ, ਖੱਖੇ ਤੇ ਗੱਗੇ ਦੇ ਲੈਫਟ ਵਾਲੀ ਸਾਈਡ ਦੇ ਉੱਪਰ ਆਏਗੀ। ਇੱਕ ਵਾਰੀ ਫਿਰ ਮੈਂ ਸਕਰੀਨ ਤੋਂ ਦਿਖਾ ਦਿੰਦਾ, ਬਹੁਤ ਸੌਖਾ। ਜੱਜਾ ਤੁਸੀਂ ਸਾਰਿਆਂ ਨੇ ਲਿਖਿਆ ਸੀ, ਇਹ ਦੋਨਾਂ ਲਾਈਨਾਂ ਨੂੰ ਟੱਚ ਕਰੇਗਾ, ਉਹਦੇ ਵਿਚਕਾਰ ਰਹੇਗਾ, ਉੱਪਰੋਂ ਲੈਫਟ ਟੂ ਰਾਈਟ ਲਾਈਨ ਕੱਢ ਦੇਣੀ ਹੈ। ਲੈਫਟ ਟੂ ਰਾਈਟ ਲਾਈਨ ਕੱਢ ਕੇ ਰਾਈਟ ਵਾਲੇ ਪਾਸੇ ਉੱਪਰਲੀ ਲਾਈਨ ਤੋਂ ਨੀਚੇ ਵਾਲੀ ਲਾਈਨ ਨੂੰ ਟੱਚ ਕਰਦੀ ਹੋਈ ਇੱਕ ਲਾਈਨ ਹੋਰ ਕੱਢ ਦੇਣੀ ਹੈ। ਫਿਰ ਮਿਡਲ ਤੋਂ ਰਾਈਟ ਟੂ ਲੈਫਟ ਲਿਜਾ ਕੇ ਉੱਪਰ ਦੀ ਥੋੜਾ ਘੁਮਾ ਕੇ ਉਹਨੂੰ ਨੀਚੇ ਵਾਲੀ ਲਾਈਨ ਤੱਕ ਲੈ ਆਉਣਾ ਹੈ। ਇਹ ਬਣ ਗਿਆ ਜੱਜਾ। ਇਹਦੇ ਦੋਨਾਂ ਲਾਈਨਾਂ ਦੇ ਵਿਚਕਾਰ ਪਾ ਦੇਣੀ ਹੈ ਬਿੰਦੀ, ਜੱਜੇ ਪੈਰ ਬਿੰਦੀ। ਇਹ ਜ਼ੈਡ ਦੀ ਆਵਾਜ਼ ਆਏਗੀ ਬੇਟਾ ਜੀ, ਜ਼ੈਡ। ਜ਼ਫਰਨਾਮਾ। ਅੱਜ ਅਸੀਂ ਸਿੱਖਿਆ ਯਈਆ, ਰਾਰਾ, ਲੱਲਾ, ਵਾਵਾ, ਰਾੜਾ, ਸੱਸੇ ਪੈਰ ਬਿੰਦੀ ਸ਼, ਖੱਖੇ ਪੈਰ ਬਿੰਦੀ ਖ, ਗੱਗੇ ਪੈਰ ਬਿੰਦੀ ਗ, ਜੱਜੇ ਪੈਰ ਬਿੰਦੀ ਜ਼। ਲਿਖ ਲਿਆ? ਜਿਨ੍ਹਾਂ ਜਿਨ੍ਹਾਂ ਲਿਖ ਲਿਆ ਹੱਥ ਖੜਾ ਕਰੋ ਪੁੱਤ। ਵਾਓ, ਸ਼ਾਬਾਸ਼, ਬਹੁਤ ਅੱਛੇ। ਜੇ ਆਪ ਨੂੰ ਕੰਪਲੀਟ ਕਰ ਲਓ ਤੁਸੀਂ। ਟਮ ਸਿੰਘ ਤੁਸੀਂ ਲਿਖ ਲਿਆ? ਵਾਓ, ਬਹੁਤ ਅੱਛੇ ਪੁੱਤ, ਬਹੁਤ ਸਿਆਣੀ ਧੀ, ਸ਼ਾਬਾਸ਼। ਓਕੇ, ਨੈਕਸਟ ਲੈਟਰ ਲਿਖੋ ਫੱਫਾ। ਫੱਫਾ ਤੁਸੀਂ ਲਿਖਿਆ ਸਾਰਿਆਂ ਨੇ, ਬਹੁਤ ਸੌਖਾ। ਫੱਫੇ ਪੈਰ ਬਿੰਦੀ, ਪਹਿਲਾਂ ਲੈਫਟ ਟੂ ਰਾਈਟ ਲਾਈਨ ਕੱਢਣੀ ਹੈ, ਫਿਰ ਰਾਈਟ ਵਾਲੇ ਪਾਸੇ ਹਾਫ ਤੱਕ ਇੱਕ ਲਾਈਨ ਉੱਪਰੋਂ ਨੀਚੇ ਨੂੰ ਆਉਣੀ ਹੈ। ਇੱਥੋਂ ਫਿਰ ਲੈਫਟ ਨੂੰ ਮੋੜ ਕੇ ਜਿਵੇਂ ਟੈਂਕਾ ਲਿਖਦੇ ਆ ਉਵੇਂ ਲਿਖ ਦੇਣਾ ਹੈ। ਤੁਸੀਂ ਪਹਿਲਾਂ ਟੈਂਕਾ ਲਿਖਿਆ ਹੀ ਸੀ, ਸੇਮ ਟੈਂਕੇ ਵਾਂਗ ਲਿਖ ਕੇ ਇਹਦੇ ਲਾਸਟ ਦੇ ਉੱਪਰ ਜ਼ੀਰੋ ਵਾਂਗ ਏਦਾਂ ਮੇਲ ਦੇਣਾ। ਫਿਰ ਇਹਦੇ ਖੱਬੇ ਪਾਸੇ ਪੈਰ ਵਿੱਚ ਬਿੰਦੀ ਆਏਗੀ। ਜਦੋਂ ਆਪਾਂ ਸਿੱਖਾਂਗੇ ਈਡੀ ਤੋਂ ਕਿਹੜੇ ਕਿਹੜੇ ਅੱਖਰ ਬਣਦੇ ਨੇ, ਮਿਕਸਡ ਲੈਟਰਸ, ਨੈਕਸਟ ਵੀਕ ਜਿਹੜੀਆਂ 2 ਕਲਾਸਿਸ ਹੋਣਗੀਆਂ ਉਸ ਵਿੱਚ ਤੁਹਾਨੂੰ ਸਿਖਾਇਆ ਜਾਏਗਾ ਊੜੇ ਤੋਂ ਕਿੱਦਾਂ ਅੱਖਰ ਬਣਦੇ ਨੇ, ਐੜੇ ਤੋਂ ਕਿੱਦਾਂ ਬਣਦੇ ਨੇ, ਈੜੀ ਤੋਂ ਕਿੱਦਾਂ ਬਣਦੇ ਨੇ। ਇਹ 3 ਵਾਵਲਸ ਨੇ ਬੇਟਾ ਜੀ, 3 ਵਾਵਲਸ ਗੁਰਮੁਖੀ ਦੇ, ਊੜਾ, ਐੜਾ, ਈੜੀ। ਇਹਨਾਂ ਤਿੰਨਾਂ ਤੋਂ ਬਾਕੀ ਅੱਖਰ ਬਣਦੇ ਨੇ। ਇਹ ਈੜੀ ਦੇ ਵਿੱਚੋਂ ਨਿਕਲਦਾ ਹੈ। ਕਿੱਦਾਂ ਈੜੀ ਦੇ ਵਿੱਚੋਂ ਟੈਂਕਾ ਬਣਦਾ ਹੈ, ਕਿੱਦਾਂ ਟੈਂਕੇ ਦਾ ਫੱਫਾ ਬਣਦਾ ਹੈ, ਕਿੱਦਾਂ ਟੈਂਕੇ ਦਾ ਦੱਦਾ ਬਣਦਾ ਹੈ, ਕਿੱਦਾਂ ਟੈਂਕੇ ਦਾ ਢੱਡਾ ਬਣਦਾ ਹੈ। ਇਹ ਆਪਾਂ ਮਿਕਸਡ ਲੈਟਰ ਜਿਹੜੇ ਆ ਭਲਾਵੇਂ ਅੱਖਰ ਉਸ ਦਿਨ ਆਪਾਂ ਸਿੱਖਾਂਗੇ। ਇੱਕ ਵਾਰੀ ਫਿਰ ਤੁਸੀਂ ਦੇਖ ਲਵੋ, ਲੈਫਟ ਟੂ ਰਾਈਟ ਪਹਿਲਾਂ ਇੱਕ ਲਾਈਨ ਕੱਢਣੀ ਹੈ, ਲੈਫਟ ਟੂ ਰਾਈਟ ਕੱਢ ਕੇ ਰਾਈਟ ਵਾਲੇ ਪਾਸੇ ਹਾਫ ਤੱਕ ਉੱਪਰੋਂ ਨੀਚੇ ਨੂੰ ਲਾਈਨ ਲੈ ਕੇ ਆਉਣੀ ਹੈ। ਫਿਰ ਇਹਨੂੰ ਇਦਾਂ ਘੁਮਾ ਕੇ ਟੈਂਕਾ ਬਣਾ ਦੇਣਾ ਹੈ। ਟੈਂਕਾ ਬਣਾ ਕੇ ਇੱਥੇ ਜਿਵੇਂ ਜ਼ੀਰੋ ਹੁੰਦੀ ਹੈ ਇਸ ਤਰੀਕੇ ਨਾਲ ਇਹਨੂੰ ਮੇਲ ਦੇਣਾ ਹੈ। ਇਹਦੇ ਖੱਬੇ ਪਾਸੇ ਬਿੰਦੀ ਲਾ ਦੇਣੀ ਹੈ, ਫੱਫੇ ਪੈਰ ਬਿੰਦੀ, ਫ ਫ। ਓਕੇ, ਲਿਖ ਲਿਆ ਸਾਰਿਆਂ ਨੇ? ਹੱਥ ਖੜਾ ਕਰੋ ਪੁੱਤ। ਵਾਓ, ਹੁਣ ਰਹਿ ਗਿਆ ਆਪਣਾ ਲਾਸਟ ਲੈਟਰਸ 41 ਇੱਥੋਂ ਤੱਕ ਹੋ ਗਏ ਨੇ। ਵਾਹਿਗੁਰੂ 40 ਅੱਖਰ ਹੋ ਗਏ, ਲੈਟਰਸ ਹੋ ਗਏ ਨੇ। ਉਸ ਤੋਂ ਬਾਅਦ 41ਵਾਂ ਉਹ ਹੈ ਲੱਲੇ ਪੈਰ ਬਿੰਦੀ। ਲੱਲਾ ਆਪਾਂ ਅੱਜ ਹੀ ਸਿੱਖਿਆ ਸੀ, ਬੜਾ ਸੌਖਾ। ਉੱਪਰੋਂ ਲੈਫਟ ਟੂ ਰਾਈਟ ਲਾਈਨ ਕੱਢ ਦਿੱਤੀ, ਉਹਦੇ ਹੇਠਾਂ ਹਾਫ ਤੋਂ ਥੋੜਾ ਜਿਹਾ ਨੀਚੇ ਤੱਕ ਵਿਕਟਰੀ ਦਾ ਜਿਹੜਾ ਹੈ ਨਿਸ਼ਾਨ, ਵਿਕਟਰੀ ਦਾ ਸਾਈਨ ਪਾ ਦੇਣਾ ਹੈ ਔਰ ਉਹਨੂੰ ਹੇਠਾਂ ਤੱਕ ਟੱਚ ਨਹੀਂ ਕਰਨਾ। ਉਹਦੇ ਦੋਨੋਂ ਪਾਸੇ ਇਧਰੋਂ ਲੈਫਟ ਵਾਲੇ ਪਾਸੇ ਤੋਂ ਗੋਲ ਘੁਮਾ ਕੇ ਹੇਠਾਂ ਵਾਲੀ ਲਾਈਨ ਨੂੰ ਟੱਚ ਕਰਨਾ ਹੈ, ਇਧਰੋਂ ਰਾਈਟ ਵਾਲੇ ਪਾਸੇ ਤੋਂ ਗੋਲ ਘੁਮਾ ਕੇ ਨੀਚੇ ਵਾਲੀ ਲਾਈਨ ਨੂੰ ਟੱਚ ਕਰਨਾ ਹੈ। ਆਪਸ ਵਿੱਚ ਦੋਨੋਂ ਟੱਚ ਨਹੀਂ ਹੋਣੀਆਂ ਚਾਹੀਦੀਆਂ, ਇੱਥੇ ਆ ਸਪੇਸ ਹੋਣੀ ਚਾਹੀਦੀ ਹੈ। ਲੱਲਾ ਪਾ ਕੇ ਇਹਦੇ ਵੀ ਲੈਫਟ ਵਾਲੇ ਪਾਸੇ ਬਿੰਦੀ ਪਾ ਦੇਣੀ, ਲ, ਲੱਲਾ, ਲ। ਬਹੁਤ ਅੱਛੇ, ਸਾਰੇ ਬੱਚੇ ਬਹੁਤ ਹੀ ਸ਼ੌਂਕ ਦੇ ਨਾਲ ਸਿੱਖ ਰਹੇ ਹੋ ਪੁੱਤ।
ਦੇਖੋ ਸਿੱਖਣ ਵਾਸਤੇ ਨੰਬਰ 1 ਪਿਆਰ ਚਾਹੀਦਾ। ਜਿਸ ਚੀਜ਼ ਨੂੰ ਸਿੱਖਦੇ ਹੋ ਉਹਦੇ ਨਾਲ ਪਿਆਰ ਕਰੋ। ਫਿਰ ਇੱਕ ਜਜ਼ਬਾ ਚਾਹੀਦਾ ਅੰਦਰ, ਆਪਣੇ ਆਪ ਵਿੱਚ ਇੱਕ ਸੈਲਫ ਕੌਨਫੀਡੈਂਸ ਚਾਹੀਦਾ, ਮੈਂ ਸਿੱਖਣਾ ਹੈ, ਮੈਂ ਸਿੱਖਣਾ ਹੈ, ਮੈਂ ਸਿੱਖਣਾ ਹੈ। ਉਸ ਤੋਂ ਬਾਅਦ ਹੁੰਦਾ ਪ੍ਰੈਕਟਿਸ ਪ੍ਰੈਕਟਿਸ ਪ੍ਰੈਕਟਿਸ। ਜੇ ਟੀਵੀ ਘੱਟ ਦੇਖਿਆ ਜਾਏਗਾ ਕੋਈ ਗੱਲ ਨਹੀਂ, ਪ੍ਰੈਕਟਿਸ ਇਜ਼ ਮੋਸਟ ਇੰਪੋਰਟੈਂਟ ਇਨ ਆਵਰ ਲਾਈਫ। ਸਭ ਤੋਂ ਜ਼ਰੂਰੀ ਹੈ ਜ਼ਿੰਦਗੀ ਦੇ ਵਿੱਚ ਪ੍ਰੈਕਟਿਸ। ਪ੍ਰੈਕਟਿਸ ਕਰਦੇ ਆ ਕਰਦੇ ਆ ਕਰਦੇ ਆ ਕਰਦੇ ਆ, ਫਿਰ ਮਿਲਦਾ ਹੈ ਐਕਸਪੀਰੀਅੰਸ। ਫਿਰ ਜਦੋਂ ਐਕਸਪੀਰੀਅੰਸ ਮਿਲ ਜਾਂਦਾ ਹੈ ਤੇ ਉਹਦੇ ਵਿੱਚੋਂ ਬੰਦਾ ਬਣਦਾ ਹੈ ਐਕਸਪਰਟ। ਲਰਨਿੰਗ ਟੂ ਐਕਸਪਰਟ ਤੱਕ ਦੀ ਇਹ ਜਰਨੀ ਹੈ ਸਾਡੀ, ਲਰਨਿੰਗ ਟੂ ਐਕਸਪਰਟ। ਸਿੱਖਣ ਤੋਂ ਸ਼ੁਰੂ ਕਰਕੇ ਨਿਪੁੰਨਤਾ ਤੱਕ ਪਹੁੰਚਣਾ ਹੈ। ਅੱਜ ਅਸੀਂ 41 ਲੈਟਰਸ ਜਿਹੜੇ ਊੜੇ ਆੜੇ ਦੇ ਸਾਰੇ ਅੱਖਰ ਤੁਸੀਂ ਅੱਜ ਤੱਕ ਸਿੱਖ ਗਏ ਹੋ। ਹੁਣ ਇੱਕ ਹਫ਼ਤੇ ਦੇ ਵਿੱਚ ਜਿਹੜਾ ਮੈਂ ਤੁਹਾਨੂੰ ਹੋਮਵਰਕ ਦੇਣ ਲੱਗਿਆ, ਥੋੜੀ ਇਸ ਵੀਕ ਥੋੜੀ ਜ਼ਿਆਦਾ ਮਿਹਨਤ ਕਰਿਓ ਬੇਟਾ ਜੀ। ਤੁਸੀਂ 5 ਪੇਜ ਪੂਰੇ 41 ਲੈਟਰਸ ਦੇ ਲਿਖਣੇ ਨੇ। ਇੱਕ ਪੇਜ ਦੇ ਉੱਪਰ ਊੜਾ ਐੜਾ ਈੜੀ ਸੱਸਾ ਹਾਹਾ ਕੱਕਾ ਖੱਖਾ ਗੱਗਾ ਘੱਗਾ ਗੰਗਾ, ਇਦਾਂ ਲੱਲੇ ਪੈਰ ਬਿੰਦੀ ਤੱਕ ਪੂਰੇ 41 ਲੈਟਰਸ ਲਿਖ ਕੇ ਤੇ ਫਿਰ ਤੁਸੀਂ ਇਹ 5 ਪੇਜ ਲਿਖਣੇ ਨੇ। ਆਪਾਂ ਇੱਕ ਵਾਰੀ ਫਿਰ ਤੁਹਾਨੂੰ ਆਪ ਜੀ ਦੇਖ ਰਹੇ ਹੋ ਇਹ 41 ਲੈਟਰਸ ਫੱਟੀ ਬਣੀ ਹੋਈ ਹੈ, ਫੱਟੀ ਦੇ ਉੱਪਰ ਲਿਖੇ ਹੋਏ ਨੇ। ਠੀਕ ਹੈ, ਮੈਂ ਬੋਲਾਂਗਾ, ਤੁਸੀਂ ਮੇਰੇ ਨਾਲ ਬੋਲੋਗੇ। ਮੈਂ ਤੁਹਾਡੇ ਮਾਈਕ ਜਿਹੜੇ ਆ ਉਹ ਅਨਮਿਊਟ ਕਰ ਦੇਣਾ, ਸ਼ੋਰ ਨਹੀਂ ਪੈਣਾ ਚਾਹੀਦਾ। ਤੇ ਆਪਾਂ ਹੁਣ ਸਾਰੇ ਬੋਲਾਂਗੇ ਊੜਾ ਐੜਾ ਈੜੀ ਸੱਸਾ ਹਾਹਾ ਕੱਕਾ ਖੱਖਾ ਗੱਗਾ ਘੱਗਾ ਗੰਗਾ ਚੱਚਾ ਛੱਛਾ ਜੱਜਾ ਚੱਜਾ ਨੰਨਾ ਟੈਂਕਾ ਖੱਟਾ ਡੱਡਾ ਕੱਡਾ ਰਾਣਾ ਤੱਤਾ ਖੱਖਾ ਦੱਦਾ ਦੱਦਾ ਨੰਨਾ ਪੱਪਾ मम्मा यैया रारा लल्ला बाबा राड़ा ससे पैर बिंदी श ससे पैर बिंदी ख गगे पैर बिंदी ग जजे पैर बिंदी ज फफे पैर बिंदी फ लले पैर बिंदी ल। ओके, ਹੁਣ ਮੈਂ ਤੁਹਾਨੂੰ ਇੱਕ ਹੋਰ ਫਾਈਲ ਜਿਹੜੀ ਹੈ ਸ਼ੇਅਰ ਕਰ ਰਿਹਾ। ਤੁਸੀਂ ਸਾਰੇ ਬੋਲੋਗੇ ਇੱਕ ਮਿੰਟ ਮੈਨੂੰ ਇਹ ਦੱਸਿਓ ਤੁਹਾਨੂੰ ਦਿਸ ਰਹੀ ਹੈ ਕਿ ਨਹੀਂ ਦਿਸ ਰਹੀ? ਓਕੇ ਓਕੇ ਮੈਂ ਕੋਸ਼ਿਸ਼ ਕਰਦਾ, ਮੈਂ ਦੁਬਾਰੇ ਸ਼ਾਇਦ ਹੁਣ ਦਿਸੇਗੀ। ਹੁਣ ਦਿਸ ਰਹੇ ਨੇ? ਓਕੇ ਸਾਰੇ ਸੁਣਿਓ। Punjabi is our mother tongue. Sadi माँ बोली है.
ਓਕੇ ਆਵਾਜ਼ ਆਈ ਸੀ ਹਾਂਜੀ ਪੰਜਾਬੀ ਇਜ਼ ਆਵਰ ਮਦਰ ਟੰਗ ਸੁਣਿਆ ਸੀ ਨਾ ਨਹੀਂ। ਓਕੇ ਹੁਣ ਸੁਣੋ ਧਿਆਨ ਨਾਲ ਸੁਣੋ ਤੁਹਾਡੇ ਆਪਣੇ ਆਪਣੇ ਡਿਵਾਈਸ ਦੇ ਤੁਹਾਡੇ ਆਵਾਜ਼ ਬੰਦ ਕੀਤੀ ਹੋਏਗੀ ਆਵਾਜ਼ ਔਨ ਕਰੋ ਹਾਂਜੀ ਓਕੇ ਜੀ ਸਾਡੀ not ਸਾਡੀ ਓਕੇ ਸਾਡੀ ਮਾਂ ਬੋਲੀ ਹੈ ਸਾਡੇ ਗੁਰੂਆਂ ਦੀ ਬੋਲੀ ਸਾਨੂੰ ਸਿੱਖਣੀ ਚਾਹੀਦੀ ਹੈ ਆਓ ਬੇਨਤੀ ਅੱਜ ਸ਼ੁਰੂ ਕਰੀਏ ਸਾਰੇ ਬੋਲਿਓ let's have some fun with the Punjabi alphabet ਊੜਾ ਊੜਾ ਐੜਾ ਸੀੜੀ ਸਿੱਤਾ ਸਾਡੇ ਪੰਜਾਬੀ ਦੇ कितनी छोटी छोटी सारे बोलो देख रहे हैं कौन कौन ਤੁਹਾਡੇ ਚੋਂ बाबा जी पापा जी आवाज नहीं आ रही बाबा जी आवाज नहीं आ रही नहीं जी आवाज नहीं आ रही ਓਕੇ ਇਦਾਂ ਕਰਿਓ ਤੁਸੀਂ ਮੈਸੇਜ ਸਾਰੇ ਮੈਨੂੰ ਮੈਂ ਇਹਦਾ ਲਿੰਕ Mama, one girl looks like Anika a little bit. She has Anika's hairstyle. ਤੇ ਪੰਜ ਪੇਜ ਜਿਹੜੇ ਆ ਇਸ ਵੀਕ ਦੇ ਵਿੱਚ ਲਿਖ ਲੈਣੇ ਇੱਕ ਪੇਜ ਦੇ ਉੱਪਰ ਉੱਤੇ ਤੋਂ ਲੈ ਕੇ ਲੱਲੇ ਪੈਰ ਬਿੰਦੀ ਤੱਕ ਪਾਪਾ ਜੀ। ਲੈਟਰਸ ਹੋਣੇ ਚਾਹੀਦੇ ਹਾਂਜੀ ਪੁੱਤ मैं तेनू मम्मा तक उड़ा सुनामा ਓਕੇ ਸੁਣਾ ਦਿਓ ਪੁੱਤ उड़ा एड़ा ईडी ससा हा हा कक्का 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 कगाना चच्चा चच्चा चिच्चा चिच्चा I'm going to say that टैंका ठट्ठा डड्डा डड्डा नाना ਵਾਓ टट्टा ठट्ठा डड्डा डड्डा नन्ना ਵਾਓ पप्पा पप्पा बब्बा पब्बा मम्मा ਓ ਵਾਓ ਬਹੁਤ ਅੱਛੇ ਪੁੱਤ ਜਸਨੂਰ ਕਮਾਲ ਕਰਤੀ ਓਕੇ ਹਾਂਜੀ। ਜਿਨ੍ਹਾਂ ਨੂੰ ਸਾਰਾ ਹਾਂਜੀ। ਉਡਾੜਾ ਯਾਦ ਹੋ ਗਿਆ ਉਹ ਇਦਾਂ ਹਾਂਜੀ। ਕਰਿਓ ਵੀਡੀਓ ਬਣਾ ਕੇ ਮੈਨੂੰ ਭੇਜਿਓ बाबा जी ਹਾਂਜੀ ਪੁੱਤ बाबा जी मम्मा तुसी तो पहला भी ਰਿਦੇ ਇੱਕ ਮਿੰਟ ਰਿਦੇ ਸਿੰਘ ਕੁਝ ਕਹਿ ਰਹੇ ਰਿਦੇ ਸਿੰਘ ਬੋਲੋ ਪੁੱਤ ਮੈਨੂੰ ਪਾਠ ਆਂਦਾ ਓਕੇ ਇਦਾਂ ਕਰਿਓ ਪੁੱਤ ਮੈਨੂੰ ਨਾ ਵੀਡੀਓ ਬਣਾ ਕੇ ਭੇਜ ਦੇਣੀ ਫਿਰ ਵੀਡੀਓ ਆਪਾਂ ਤੁਹਾਡੀ ਪਾਵਾਂਗੇ ਠੀਕ ਹੈ ਜਿਨ੍ਹਾਂ ਨੂੰ ਊੜਾ ਸਾਰਾ ਯਾਦ ਹੋ ਗਿਆ ਊੜਾ ਬੋਲਦਿਆਂ ਦੀ ਵੀਡੀਓ ਕਹਿ ਕੇ ਮੰਮੀ ਡੈਡੀ ਨੂੰ ਬਣਾ ਕੇ ਮੇਰੇ ਵਾਲੇ WhatsApp ਨੰਬਰ ਦੇ ਉੱਪਰ ਭੇਜ ਦੇਣੀ ਸਾਰਿਆਂ ਨੂੰ ਠੀਕ ਹੈ ਜਿਹਨੂੰ ਸ਼ਬਦ ਆਉਂਦਾ ਹੈ ਸ਼ਬਦ ਗਾ ਕੇ ਭੇਜਿਓ ਆਪਾਂ ਹੋਰ ਵੀ ਬੱਚਿਆਂ ਦੇ ਜਿਹੜੇ ਆ ਉਹ ਸ਼ਬਦ ਕਵਿਤਾਵਾਂ ਵਿਗਿਆਨ ਟੀਵੀ ਤੇ ਪਾਵਾਂਗੇ ਤੇ ਤੁਹਾਡੇ ਵਾਲੇ ਪਾਵਾਂਗੇ ਬਹੁਤ ਅੱਛੇ ਬੇਟਾ ਜੀ ਹੁਣ ਆਪਾਂ ਕੱਲ ਮਿਲਾਂਗੇ ਅਗਲੀ ਕਲਾਸ ਦੇ ਵਿੱਚ ਜਿਨ੍ਹਾਂ ਨੇ ਕਲਾਸ ਅਟੈਂਡ ਕਰਨੀ ਹੈ 30 ਮਿੰਟਸ ਬਾਅਦ 35 ਮਿੰਟਸ ਬਾਅਦ ਅਗਲੀ ਕਲਾਸ ਸ਼ੁਰੂ ਹੋਏਗੀ ਸਾਰਿਆਂ ਨੇ ਜੁਆਇਨ ਕਰਨਾ ਓਕੇ ਪੁੱਤ ਥੈਂਕ ਯੂ ਬੇਟੇ ਹੋਮਵਰਕ ਸਾਰਿਆਂ ਨੇ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ आज उड़ाड़ा जसनूर ने सुनाया सी